ਤੁਸੀਂ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ, ਇੱਕ ਉਹ ਪਰਿਵਾਰ ਹਰਾਇਆ ਤੁਸੀਂ। ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਰੱਖਣ ਲੱਗੀ, ਅੱਗੇ ਮੈਂ ਕਦੀ ਕਿਸੇ ਇੰਟਰਵਿਊ 'ਚ ਨਹੀਂ ਦੱਸੀ। ਤੇ ਪਾਪਾ ਨੇ ਕਾਂਗਰਸ ਪਾਰਟੀ ਦੀ ਤਰਫ ਤੋਂ ਮੰਮਾ ਨੂੰ ਇਲੈਕਸ਼ਨ ਲੜਵਾਇਆ ਸੀ, 2-3 ਹਜ਼ਾਰ ਵੋਟਾਂ ਨਾਲ ਜਿੱਤ ਰਹੇ ਸੀਗੇ, ਉੱਥੋਂ 700 ਵੋਟਾਂ ਨਾਲ ਹਰਾਇਆ ਗਿਆ। ਮਤਲਬ ਉਹ ਜਿਹੜੀ ਧੱਕੇਸ਼ਾਹੀ ਕੀਤੀ ਗਈ ਨਾ, ਉਹ ਚੀਜ਼ ਨਾ ਮੇਰੇ ਮਨ 'ਚ ਬੈਠ ਗਈ ਸੀਗੀ ਕਿ ਕਦੇ ਨਾ ਕਦੇ ਜੇਕਰ ਸਿਆਸਤ 'ਚ ਆਉਣ ਦਾ ਮੌਕਾ ਮਿਲੇਗਾ ਨਾ, ਉਹ ਜਿਹੜਾ MLA ਆ ਉਹਨੂੰ ਪ੍ਰੂਵ ਕਰਕੇ ਦੱਸਣਾ ਕਿ ਤੂੰ ਆ ਜੋ ਧੱਕਾ ਕੀਤਾ ਸੀ। ਜਿਸ ਤਰ੍ਹਾਂ ਤੁਸੀਂ ਸਰਪੰਚ ਬਣ ਕੇ ਆਪਣੇ ਪਿੰਡ ਦੇ ਵਿੱਚ ਕੰਮ ਕੀਤਾ, ਮਨ 'ਚ ਇਹ ਵੀ ਖਿਆਲ ਆਇਆ ਹੋਣਾ ਕਿ ਉਹਨਾਂ ਪੂਰਾ ਹਲਕਾ ਹੀ ਸੰਭਾਲ ਲਈਏ। ਜੀ ਬਿਲਕੁਲ, ਦੇਖੋ ਹਲਕਾ ਸੰਭਾਲਣ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਹਲਕਾ ਸੰਭਾਲਣ ਲਈ ਤਾਂ ਮੈਂ ਹੁਣੇ ਤਿਆਰ ਬੈਠੀ ਸੀ। ਇਹੀ ਇਲੈਕਸ਼ਨਾਂ 'ਚ ਸੀਗੀ ਕਿ ਮੈਂ MLA ਬਣਾ। ਥੋੜਾ ਬਹੁਤ ਐਲੀਗੇਸ਼ਨਸ ਲੱਗ ਜਾਂਦੇ ਆ ਕਿ ਜੀ ਹਜੇ ਏਜ ਛੋਟੀ ਹੈ ਕੁੜੀ ਦੀ। ਕਿੰਨੇ ਮਹੀਨੇ ਜਾਂ ਕਿੰਨੇ ਸਾਲ ਘੱਟੀ ਤੁਹਾਡੀ ਏਜ? ਐਕਚੁਅਲੀ ਮੇਰੀ ਏਜ ਕੋਈ ਜ਼ਿਆਦਾ ਨਹੀਂ, ਸਿਰਫ 15-16 ਦਿਨ ਦਾ ਫਰਕ ਸੀਗਾ। ਤੇ ਬਹੁਤ ਅਫਸੋਸ ਹੋਇਆ ਹੋਣਾ ਤੁਹਾਨੂੰ ਨਹੀਂ ਵੀ ਕਿ ਇਲੈਕਸ਼ਨ 1 ਮਹੀਨਾ ਲੇਟ ਹੋ ਜਾਂਦੀ ਤਾਂ ਮੈਂ ਐਲੀਜੀਬਲ ਹੋ ਜਾਂਦੀ। ਤੇ 19 ਜਾਂ 21 ਸਾਲ ਦਾ ਬੱਚਾ ਜੱਜ ਬਣ ਸਕਦਾ ਹੈ, 20-21 ਸਾਲ ਦਾ ਬੱਚਾ IPS IAS ਬਣ ਸਕਦਾ ਹੈ, ਤਾਂ 24-25 ਸਾਲ ਦਾ 24 ਸਾਲ ਦਾ ਬੱਚਾ MLA ਕਿਉਂ ਨਹੀਂ ਬਣ ਸਕਦਾ? ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ PM ਮੋਦੀ ਤੁਹਾਡੇ ਨਾਲ ਇਸ ਦਿਨ ਇੰਨੇ ਵਜੇ ਗੱਲ ਕਰਨਗੇ, ਉਹਨਾਂ ਨੇ ਇੱਛਾ ਜਤਾਈ ਆ, ਤਾਂ ਤੁਹਾਡੇ ਮਨ 'ਚ ਪਹਿਲਾ ਰਿਐਕਸ਼ਨ ਕੀ ਸੀਗਾ? ਪਹਿਲੇ ਮੈਂ ਇਹੀ ਸੋਚਿਆ ਕਿ ਯਾਰ ਇਹ ਮਜ਼ਾਕ ਹੋ ਰਿਹਾ ਹੈ। ਜਦੋਂ PM ਨੇ ਤੁਹਾਨੂੰ ਪਲਵੀ ਬਹਿਨ ਕਿਹਾ, ਤੁਹਾਨੂੰ ਖੁਸ਼ੀ ਹੋਈ ਹੋਣੀ ਵੀ ਪ੍ਰਧਾਨ ਮੰਤਰੀ ਦੇ ਰੂਪ 'ਚ ਮੈਨੂੰ ਨਵਾਂ ਇੱਕ ਭਾਈ ਮਿਲ ਗਿਆ। ਅੱਛਾ, ਤੁਹਾਡੇ ਪਿਛਲੇ ਜਨਮ ਦਿਨ ਤੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਤੁਹਾਨੂੰ ਇੱਕ ਤੋਹਫਾ ਦਿੱਤਾ ਸੀ। ਤੁਸੀਂ ਮੰਗ ਰੱਖੀ ਸੀ ਨਾ, ਕੈਪਟਨ ਨੇ ਤੁਹਾਨੂੰ ਇੱਕ ਤੋਹਫਾ ਦਿੱਤਾ ਸੀ। ਹਾਂਜੀ ਹਾਂਜੀ ਬਿਲਕੁਲ। ਪਲਵੀ ਦੇ ਸੁਪਨੇ ਆਪਣੇ ਲਈ ਕੀ ਨੇ ਤੇ ਸਮਾਜ ਦੇ ਲਈ ਪਲਵੀ ਕੀ ਚਾਹੁੰਦੇ ਨੇ, ਕੀ ਕਰਨਾ? ਇੱਥੇ ਚੰਡੀਗੜ੍ਹ ਪੜ੍ਹਦੀ ਹੁੰਦੀ ਸੀ ਤਾਂ ਮੈਂ ਨਾਲ ਨਾਲ ਆਇਲਸ ਵੀ ਕੀਤੀ ਸੀ। ਪਾਪਾ ਦੇ ਪਿੱਛੇ ਪੈ ਕੇ ਕਿ ਮੈਂ ਆਇਲਸ ਕਰ ਰਹੀ ਹਾਂ, ਮੈਂ ਬਾਹਰ ਜਾਣਾ ਹੈ, ਤੇ ਮੈਂ ਵੀ ਕੈਨੇਡਾ ਜਾਣ ਦੀ ਚਾਹਵਾਨ ਸੀਗੀ ਉਸ ਟਾਈਮ ਤੇ। ਲੇਕਿਨ ਅਗਰ ਮੈਂ ਹੁਣ ਗੱਲ ਕਰਾਂ ਤਾਂ ਹੁਣ ਜਦੋਂ ਮੈਂ ਰਾਜਨੀਤੀ 'ਚ ਪੈਰ ਰੱਖਿਆ, ਸੋ ਹੁਣ ਮੇਰੇ ਲਈ ਆਪਣੇ ਸੁਪਨੇ ਮੇਰੀ ਪਬਲਿਕ ਹੀ ਬਣ ਗਈ ਹੈ ਆਈ ਥਿੰਕ। ਸਾਡੇ ਦੇਸ਼ ਦੀ ਸਿਆਸਤ ਨੂੰ ਭਾਈ ਭਤੀਜਾਵਾਦ ਦੀ ਸਿਆਸਤ ਵੀ ਕਿਹਾ ਜਾਂਦਾ। ਬਹੁਤ ਸਾਰੇ ਲੋਕ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੀ ਕੁਰਸੀ ਨੂੰ ਆਪਣੀ ਜ਼ਗੀਰ ਸਮਝਦੇ ਨੇ, ਪਰ ਬਹੁਤ ਸਾਰੇ ਲੋਕ ਉਹਨੇ ਜੋ ਆਪਣੀ ਹਿੰਮਤ ਅਤੇ ਲਗਨ ਦੇ ਨਾਲ ਇਸ ਰਵਾਇਤ ਨੂੰ ਤੋੜ ਕੇ ਸਾਹਮਣੇ ਆਉਂਦੇ ਨੇ। ਇਸੇ ਤਰ੍ਹਾਂ ਪਠਾਨਕੋਟ ਦੇ ਪਿੰਡ ਹਾੜਾ ਦੀ ਕੁੜੀ ਜੋ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਬਣੀ ਤੇ ਉਸਨੇ ਉਹ ਪਰਿਵਾਰ ਨੂੰ ਹਰਾਇਆ ਜਿਸ ਪਰਿਵਾਰ ਕੋਲੇ ਪਿਛਲੇ 40-50 ਸਾਲ ਤੋਂ ਜਿਨ੍ਹਾਂ ਕੋਲ ਸਰਪੰਚੀ ਸੀ। ਉਹਨੇ ਪਲਵੀ ਠਾਕੁਰ ਸਾਡੇ ਨਾਲ ਨੇ, ਅੱਜ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਪਲਵੀ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਚਾਲ? ਬਹੁਤ ਵਧੀਆ ਸਰ, ਤੁਸੀਂ ਦੱਸੋ? ਪਲਵੀ, ਤੁਸੀਂ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ, ਇੱਕ ਉਹ ਪਰਿਵਾਰ ਹਰਾਇਆ ਤੁਸੀਂ ਜਿਨ੍ਹਾਂ ਕੋਲੇ 50 ਸਾਲ ਤੋਂ ਸਰਪੰਚੀ ਸੀ ਤੁਹਾਡੇ ਪਿੰਡ ਦੇ ਵਿੱਚ। ਕਦੋਂ ਪਹਿਲੀ ਵਾਰ ਮਨ 'ਚ ਵਿਚਾਰ ਆਇਆ? ਸਰ ਇਹ ਜਦੋਂ ਇਲੈਕਸ਼ਨ ਆਏ ਸੀਗੇ 2018 ਦੇ, ਮੈਂ ਤਾਂ ਚੰਡੀਗੜ੍ਹ ਸਟੱਡੀ ਕਰਦੀ ਸੀ। ਮੈਂ ਆਪਣੀ ਸਟੱਡੀ ਮਤਲਬ ਲਾਈਕ ਐਗਜ਼ਾਮ ਦੇ ਕੇ ਇੱਕ ਸਮੈਸਟਰ ਦੇ ਜਸਟ ਘਰ ਮੈਂ 5-7 ਦਿਨ ਦੀ ਛੁੱਟੀਆਂ ਲਈ ਆਈ ਸੀ। ਉਦੋਂ ਮਤਲਬ ਉੱਥੇ ਕਾਫੀ ਜ਼ਿਆਦਾ ਰੋਲਾ ਚੱਲ ਰਿਹਾ ਸੀ, ਇਲੈਕਸ਼ਨ ਦੈਨ ਮਤਲਬ ਇਹ ਚੀਜ਼ ਨਾ ਬੜੇ ਪਹਿਲਾਂ ਤੋਂ ਇੱਕ ਮਾਈਂਡ 'ਚ ਸੀਗੀ ਕਿ ਕਦੀ ਮੌਕਾ ਮਿਲੇ ਤਾਂ ਆਉਣਾ ਜ਼ਰੂਰ। ਤੇ ਜਦੋਂ ਸਰਪੰਚੀ ਦੇ ਇਲੈਕਸ਼ਨ ਆਏ, ਮੈਂ ਨੈਚੁਰਲੀ ਘਰੇ ਆਈ ਹੋਈ ਸੀ, ਤਾਂ ਮੈਂ ਪਾਪਾ ਨਾਲ ਜਸਟ ਘਰ ਬਹਿ ਕੇ ਸੁਜੈਸ਼ਨ ਵੀ ਮੰਗੀ ਪਾਪਾ ਦੀ ਕਿ ਪਾਪਾ ਮੈਂ ਲੜਨਾ ਚਾਹੁੰਦੀ ਹਾਂ, ਕੀ ਕਰੀਏ? ਪਾਪਾ ਕਹਿੰਦੇ ਦੇਖ ਲੈ, ਜੇ ਤੇਰਾ ਇਰਾਦਾ ਹੈ ਤਾਂ ਕੋਈ ਗੱਲ ਨਹੀਂ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ। ਵੈਸੇ ਵੀ ਨਾਲੇ ਪਿੰਡ 'ਚ ਸੀਟ ਜਿਹੜੀ ਆ ਲੇਡੀ ਰਿਜ਼ਰਵ ਹੋ ਗਈ ਸੀ, ਉਹਦੇ ਕਰਕੇ ਮੇਰੇ ਮੰਮਾ ਤਾਂ ਅਰੁਣਾਚਲ ਪ੍ਰਦੇਸ਼ ਤੋਂ ਨੇ, ਤੇ ਉਹ ਇਲੈਕਸ਼ਨ ਮਤਲਬ ਲਾਈਕ ਆਪਾਂ ਉਹਨਾਂ ਨੂੰ ਲੜਵਾਉਣਾ ਨਹੀਂ ਚਾਹੁੰਦੇ ਸੀ। ਕਿਉਂਕਿ ਇੱਕ ਦੇਖੋ ਮੋਸਟਲੀ ਲੋਕਾਂ ਦੀ ਸੋਚ ਕੀ ਹੁੰਦੀ ਹੈ, ਲੇਡੀ ਸਰਪੰਚ ਬਣ ਗਈ ਹੈ, ਸਿਰਫ ਉਹਨੂੰ ਮੋਹਰਾ ਬਣਾਉਂਦੇ ਨੇ, ਤਾਂ ਉਹ ਮੋਹਰੇ ਵਾਲਾ ਕੰਮ ਆਪਾਂ ਕਰਨਾ ਨਹੀਂ ਸੀਗਾ, ਹੈਨਾ। ਤਾਂ ਮੇਰੀ ਥਿੰਕਿੰਗ ਸੀਗੀ ਕਿ ਮੈਂ ਸਰਪੰਚ ਬਣਾ ਤੇ ਚਲੋ ਬਾਗਡੋਰ ਸੰਭਾਲਾਂਗੀ ਪਿੰਡ ਦੀ, ਤੇ ਇਸ ਕਰਕੇ ਮਤਲਬ ਇਮੀਡੀਏਟ ਜਿਹੜਾ ਬਣਿਆ ਸੀਗਾ। ਬਾਕੀ ਕੁਝ ਇਦਾਂ ਦੇ ਰੀਜ਼ਨ ਸੀਗੇ ਜਿਹੜੇ ਆਪਣੇ ਏਰੀਆ ਦੇ ਹਾਲਾਤਾਂ ਨੂੰ ਅਗਰ ਆਪਾਂ ਦੇਖੀਏ ਤਾਂ ਸਾਡਾ ਜਿਹੜਾ ਧਾਰ ਬਲਾਕ ਹੈ, ਜਿੱਥੋਂ ਮੈਂ ਬਿਲੋਂਗ ਕਰਦੀ ਹਾਂ, ਪਠਾਨਕੋਟ ਜ਼ਿਲ੍ਹੇ 'ਚ ਇੱਕ ਧਾਰ ਬਲਾਕ ਪੈਂਦਾ ਹੈ। ਉੱਥੇ ਕੀ ਹੈ ਕਿ ਅੱਜ ਵੀ ਸਾਡੇ ਧਾਰ ਬਲਾਕ ਦੇ ਜਿਹੜੇ ਲੋਕ ਨੇ, ਜਿਹੜੇ ਪੇਰੈਂਟਸ ਨੇ, ਉਹਨਾਂ ਦੀ ਸੋਚ ਹੈ ਕੁੜੀਆਂ ਹੈ ਤਾਂ ਇਹ ਸਾਡੇ ਲਈ ਕੁੜੀਆਂ ਹੀ ਹੈ, ਮਤਲਬ ਇਹ ਸਾਡੇ ਲਈ ਕਰਜ਼ਾ ਹੈ, ਮਤਲਬ ਕੁੜੀਆਂ ਨੂੰ ਸਮਝਦੇ ਆ ਨਾ। ਤੇ ਮਤਲਬ ਪੇਰੈਂਟਸ ਦੀ ਸੋਚ ਹੀ ਇਹੀ ਸੀਗੀ ਕਿ ਕੁੜੀਆਂ ਨੂੰ ਮਤਲਬ ਮਾਂ-ਬਾਪ ਜਿਹੜੇ ਹੈ ਪੜ੍ਹਨ ਲਿਖਣ ਦਾ ਮੌਕਾ ਵੀ ਨਹੀਂ ਦਿੰਦੇ ਸੀਗੇ। ਤਾਂ ਮੇਰੀ ਜਿਹੜੀ ਥਿੰਕਿੰਗ ਇਹੀ ਸੀਗੀ ਕਿ ਪੇਰੈਂਟਸ ਨੂੰ ਪ੍ਰੂਵ ਕਰਨਾ ਹੈ ਕਿ ਜੇਕਰ ਕੁੜੀਆਂ ਨੂੰ ਮੌਕਾ ਦਿਓ ਤਾਂ ਕੁੜੀਆਂ ਹਰ ਕੁਝ ਕਰ ਸਕਦੀਆਂ ਨੇ। ਤਾਂ ਮਤਲਬ ਇਹ ਕਿ ਕੁਝ ਨਾ ਕੁਝ ਲੋਕਾਂ ਦੀ ਸੋਚ ਚੇਂਜ ਹੋਏਗੀ ਤਾਂ ਜੋ ਸਾਡੇ ਜਿਹੜਾ ਸਾਡਾ ਬਲਾਕ ਹੈ, ਧਾਰ ਬਲਾਕ ਹੈ, ਉੱਥੋਂ ਦੀ ਕੁੜੀਆਂ ਨੂੰ ਪੜ੍ਹਨ ਲਿਖਣ ਦਾ ਤਾਂ ਹੱਕ ਮਿਲੇ, ਤਾਂ ਆਪਣੇ ਆਪ ਨੂੰ ਪ੍ਰੂਵ ਕਰ ਸਕਣ। ਕਿਹੜੀ ਚੀਜ਼ ਸੀ ਪਿੱਛੋਂ ਤੁਸੀਂ ਕਿਹਾ ਮੈਂ ਪਿੰਡ ਆਈ
ਤਾਂ ਉੱਥੇ ਆ ਕੇ ਇਲੈਕਸ਼ਨ ਦਾ ਮਾਹੌਲ ਸੀ, ਮੈਂ ਪੁੱਛਿਆ ਪਰ ਇੱਕੋ ਦਮ ਲੈਣ ਵਾਲਾ ਡਿਸੀਜਨ ਤਾਂ ਇਹ ਨਹੀਂ ਸੀਗਾ। ਕਦੇ ਨਾ ਕਦੇ ਕੋਈ ਗੱਲ ਤਾਂ ਤੁਹਾਨੂੰ ਪਿੰਚ ਕਰਦੀ ਹੋਣੀ ਕਿ ਸਿਆਸਤ 'ਚ ਆ ਹੋਣਾ ਚਾਹੀਦਾ। ਮਤਲਬ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਇਨਸਪਾਇਰ ਕਰਦੀ ਰਹੀ? ਹਾਂਜੀ, ਮੈਂ ਤੁਹਾਨੂੰ ਦੱਸਦੀ ਹਾਂ। ਐਕਚੁਅਲੀ ਪਹਿਲੇ ਤਾਂ ਮੇਰਾ ਪਿਛੋਕੜ ਰਾਜਨੀਤੀ 'ਚ ਕੋਈ ਨਹੀਂ ਸੀਗਾ, ਲੇਕਿਨ 2011 ਜਾਂ 12 ਦੀ ਗੱਲ ਆਈ ਥਿੰਕ, ਮੈਂ ਛੋਟੀ ਸੀਗੀ 8-9th ਕਲਾਸ 'ਚ ਉਦੋਂ, ਤੇ ਪਾਪਾ ਨੇ ਉਦੋਂ ਵੀ ਮੰਮਾ ਨੂੰ ਇੱਕ ਇਲੈਕਸ਼ਨ ਲੜਵਾਇਆ ਸੀਗਾ ਬਲਾਕ ਸਮਿਤੀ ਦਾ, ਜਿੱਥੇ ਕਿ ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਰੱਖਣ ਲੱਗੀ ਹਾਂ, ਅੱਗੇ ਮੈਂ ਕਦੀ ਕਿਸੇ ਇੰਟਰਵਿਊ 'ਚ ਨਹੀਂ ਦੱਸੀ, ਜਿੱਥੇ ਕਿ ਮੇਰੇ ਪਾਪਾ ਜਿੱਤ ਚੁੱਕੇ ਸੀਗੇ। ਉਦੋਂ ਅਕਾਲੀਆਂ ਦੀ ਸਰਕਾਰ ਸੀਗੀ, ਸਾਡੇ ਜਿਹੜੇ ਉੱਥੇ ਵਿਧਾਇਕ ਸੀਗੇ ਉਹ ਬੀਜੇਪੀ ਦੇ ਸੀਗੇ, ਤੇ ਪਾਪਾ ਨੇ ਕਾਂਗਰਸ ਪਾਰਟੀ ਦੀ ਤਰਫ ਤੋਂ ਮੰਮਾ ਨੂੰ ਇਲੈਕਸ਼ਨ ਲੜਵਾਇਆ ਸੀ। ਤੇ ਉਸ ਟਾਈਮ ਤੇ ਇਲੈਕਸ਼ਨ ਬਲਾਕ ਸਮਿਤੀ ਦਾ ਜਿਹੜਾ ਲੜਿਆ ਸੀ, ਜਿੱਤ ਗਏ ਸੀ, ਮਤਲਬ ਅਨਾਉਂਸ ਹੋ ਗਿਆ ਸੀ। ਦੈਨ ਇਮੀਡੀਏਟਲੀ ਉੱਥੇ ਆਪਾਂ ਜੋ ਸੁਣਿਆ ਸੀਗਾ, ਵਿਧਾਇਕ ਸਾਹਿਬ ਆਉਂਦੇ ਨੇ, ਰੀਕਾਊਂਟਿੰਗ ਕਰਵਾਉਂਦੇ ਨੇ, ਤੇ ਮਤਲਬ ਜਿੱਥੋਂ ਆਪਾਂ ਮਤਲਬ ਆਈ ਥਿੰਕ ਕਿ 2-3 ਹਜ਼ਾਰ ਵੋਟਾਂ ਨਾਲ ਜਿੱਤ ਰਹੇ ਸੀਗੇ, ਉੱਥੋਂ 700 ਵੋਟਾਂ ਨਾਲ ਹਰਾਇਆ ਗਿਆ। ਮਤਲਬ ਉਹ ਜਿਹੜੀ ਧੱਕੇਸ਼ਾਹੀ ਕੀਤੀ ਗਈ ਨਾ, ਉਹ ਬਚਪਨ 'ਚ ਮਤਲਬ ਲਾਈਕ ਇੱਕ ਮਨ 'ਚ ਇਹ ਗੱਲ ਬੜੀ ਆਈ। ਮਤਲਬ ਉਸ ਟਾਈਮ ਤੇ ਆਪਾਂ ਕਾਫੀ ਜ਼ਿਆਦਾ ਫੈਮਿਲੀ 'ਚ ਮਤਲਬ ਛੋਟੇ ਸੀਗੇ, ਤਾਂ ਆਪਾਂ ਰੋਣਾ ਵੀ ਸ਼ੁਰੂ ਕਰਤਾ ਕਿ ਆ ਕੀ ਹੋ ਗਿਆ ਜਾਂ ਕੁਝ ਵੀ। ਲੇਕਿਨ ਮੇਰੇ ਮਨ 'ਚ ਉਦੋਂ ਦੀ ਇਹ ਗੱਲ ਬੈਠੀ ਹੋਈ ਸੀ ਕਿ ਮੈਂ ਇਸ ਚੀਜ਼ ਨੂੰ ਪ੍ਰੂਵ ਕਰਨਾ ਹੈ, ਜੇਕਰ ਕੋਈ ਬੰਦਾ ਪਾਵਰ 'ਚ ਬੈਠਾ ਹੈ, ਆਪਾਂ ਆਪਣੀ ਪਾਵਰ ਦਾ ਕਦੇ ਮਿਸਯੂਜ਼ ਨਾ ਕਰੀਏ। ਤਾਂ ਜੋ ਮਿਸਯੂਜ਼ ਕਰਕੇ ਉਹਨਾਂ ਨੇ ਮਿਸਯੂਜ਼ ਕੀਤਾ, ਠੀਕ ਹੈ, ਆਪਦਾ ਬੰਦਾ ਜਿਤਵਾਇਆ ਹੈ, ਕੁਝ ਵੀ ਕੀਤਾ, ਲੇਕਿਨ ਸਾਨੂੰ ਜਿਹੜੀ ਠੇਸ ਪਹੁੰਚੀ ਉਹ ਸਾਨੂੰ ਪਤਾ ਹੈ। ਔਰ ਮਤਲਬ ਉਹ ਚੀਜ਼ ਨਾ ਮੇਰੇ ਮਨ 'ਚ ਬੈਠ ਗਈ ਸੀਗੀ ਕਿ ਕਦੇ ਨਾ ਕਦੇ ਜੇਕਰ ਸਿਆਸਤ 'ਚ ਆਉਣ ਦਾ ਮੌਕਾ ਮਿਲੇਗਾ ਨਾ, ਉਹ ਜਿਹੜਾ MLA ਆ ਉਹਨੂੰ ਪ੍ਰੂਵ ਕਰਕੇ ਦੱਸਣਾ ਕਿ ਤੂੰ ਆ ਜੋ ਧੱਕਾ ਕੀਤਾ ਸੀ ਨਾ, ਉਹਨੂੰ ਮੈਂ ਇਸ ਚੀਜ਼ ਨੂੰ, ਮੇਰੇ ਪੇਰੈਂਟਸ ਨਾਲ ਧੱਕਾ ਕੀਤਾ ਸੀ, ਉਸ ਚੀਜ਼ ਨੂੰ ਮੈਂ ਹੁਣ ਧੱਕਾ ਤਾਂ ਨਹੀਂ ਕਰਾਂਗੀ, ਲੇਕਿਨ ਮੈਂ ਪ੍ਰੂਵ ਕਰਕੇ ਦੱਸਾਂਗੀ ਕਿ ਜੇ ਪਾਵਰ ਹੋਵੇ ਉਹਦਾ ਕਦੀ ਮਿਸਯੂਜ਼ ਨਾ ਕਰੋ। ਸੁਜਾਨਪੁਰ ਵਾਲੇ MLA ਨੇ ਤੁਹਾਡੇ? ਜੀ ਬਿਲਕੁਲ। ਤੇ ਸੁਜਾਨਪੁਰੋਂ ਹੀ ਉਹ MLA ਸੀਗੇ, ਹੁਣ ਵੀ ਉਹ MLA ਸੀਗੇ। ਤੇ ਇਸ ਵਾਰ ਸੁਜਾਨਪੁਰ ਦੇ ਮਤਲਬ ਸਾਡੇ ਵਿਧਾਇਕ ਜਿਹੜੇ ਹੁਣ ਵੀ ਵਿਧਾਇਕ ਨੇ ਉਹ, ਲੇਕਿਨ ਮੈਂ ਮੰਨਦੀ ਹਾਂ ਉਹਨਾਂ ਨੂੰ ਕਿ ਉਹ ਵਿਧਾਇਕ ਕਹਿਲਾਉਣ ਦੇ ਵੀ ਲਾਇਕ ਨਹੀਂ ਹੈਗੇ, ਕਿਉਂਕਿ ਮੈਨੂੰ ਲੱਗਦਾ ਹੈ ਇੰਨੀ ਵੱਡੀ ਰਿਸਪੌਂਸਿਬਿਲਿਟੀ ਲੋਕਾਂ ਨੇ ਉਹਨਾਂ ਨੂੰ ਦਿੱਤੀ, ਲੇਕਿਨ ਉਹਨਾਂ ਨੂੰ ਉਹ ਚੀਜ਼ ਆਪਣੀ ਮਤਲਬ ਪ੍ਰੂਵ ਨਹੀਂ ਕਰਨਾ, ਨਿਭਾਉਣਾ ਨਹੀਂ ਆਈ। ਤਾਂ ਮੈਨੂੰ ਲੱਗਦਾ ਹੈ ਕਿ ਏਡੀ ਕੁਰਸੀ ਤੇ ਬੈਠਣ ਦਾ ਕੋਈ ਫਾਇਦਾ ਹੀ ਨਹੀਂ ਹੈ। ਜੇ ਤੁਸੀਂ ਬਸ MLA ਸਾਹਿਬ ਵਿਧਾਇਕ ਹੈ, ਆਪਾਂ ਵਿਧਾਇਕ ਹੈ, ਇਸੇ ਚੀਜ਼ ਤੱਕ ਮਤਲਬ ਰੱਖਣਾ ਤਾਂ ਕੋਈ ਫਾਇਦਾ ਨਹੀਂ ਹੈ, ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਬਿਲਕੁਲ ਵੀ। ਤਾਂ ਵੀ ਤਾਂ ਤੁਸੀਂ ਸੁਜਾਨਪੁਰ ਦੇ ਇੱਕ ਹਲਕੇ ਦੀ ਗੱਲ ਕੀਤੀ, ਤੁਸੀਂ ਇੰਨੀ ਦਿਨੀ ਹੋਰ ਵੀ ਘੁੰਮ ਰਹੇ ਹੋ ਇਲੈਕਸ਼ਨ ਕਰਕੇ, ਹਨਾ, ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਹੋ। 117 ਚੋਂ ਤੁਹਾਨੂੰ ਕਿੰਨੇ ਕੁ ਲੱਗਦਾ ਜਿਹੜੇ ਵਿਧਾਇਕ ਕਹਾਉਣ ਦੇ ਲਾਇਕ ਹੈਗੇ ਨੇ, MLA ਸਾਹਿਬ ਕਹਾਉਣ ਦੇ ਲਾਇਕ ਨੇ? ਦੇਖੋ, ਬਹੁਤ ਵਧੀਆ ਲੀਡਰ ਬੈਠੇ ਆ ਇੱਥੇ। ਮੈਂ ਤਾਂ ਕਹਿੰਦੀ ਆ ਕਿ ਜਿਵੇਂ ਮੈਂ ਸਭ ਤੋਂ ਵਧੀਆ ਅਗਰ ਮੈਂ ਗੱਲ ਕਰਾਂ ਆਪਣੇ ਪੂਰੇ ਪੰਜਾਬ ਦੀ ਸਿਆਸਤ ਦੀ, ਤਾਂ ਸਾਡੇ ਜਿਨ੍ਹਾਂ ਨੂੰ ਮੈਂ ਜ਼ਮੀਨੀ ਸਤਰ ਤੇ ਕੰਮ ਕਰਦੇ ਦੇਖਿਆ ਹੋਇਆ, ਜਦੋਂ ਮੈਂ ਸਰਪੰਚ ਬਣੀ ਸੀਗੀ ਉਦੋਂ ਸਾਡੇ ਗੁਰਦਾਸਪੁਰ ਦੇ ਜਿਹੜੇ ਆਪਣੇ MP ਸਾਹਿਬ ਸੀਗੇ, ਜਾਖੜ ਸਾਹਿਬ ਸੀਗੇ, ਤਾਂ ਮੈਂ ਉਹਨਾਂ ਨੂੰ ਜ਼ਮੀਨੀ ਸਤਰ ਤੇ ਦੇਖਿਆ ਹੈ। ਜਦੋਂ ਮੈਂ ਸਰਪੰਚ ਬਣੀ ਸੀਗੀ, ਬਹੁਤ ਵਧੀਆ ਉਹਨਾਂ ਨਾਲ ਮਿਲ ਕੇ ਲੱਗਿਆ। ਲਾਈਕ ਉਹਨਾਂ ਨੇ ਇੰਨੇ ਕੰਮ ਕਰਵਾਏ ਆਪਣੇ, ਜਦੋਂ ਉਹਨਾਂ ਦੀ ਇੱਕ ਇਲੈਕਸ਼ਨ ਹੋਈ ਸੀ ਜਿਨ੍ਹਾਂ ਦਾ 1.5 ਸਾਲ ਦਾ ਟੈਨਿਓਰ ਉਹਨਾਂ ਨੂੰ ਮਿਲਿਆ ਸੀਗਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਇਲੈਕਸ਼ਨ ਲੜਿਆ, ਲੇਕਿਨ ਸਾਡੇ ਗੁਰਦਾਸਪੁਰ ਏਰੀਆ ਦੀ ਜਨਤਾ ਨੇ ਬਹੁਤ ਬੇਵਕੂਫੀ ਕੀਤੀ ਉਸ ਟਾਈਮ ਤੇ, ਇੱਕ ਸੈਲੀਬ੍ਰਿਟੀ ਫੇਸ ਨੂੰ ਅੱਗੇ ਕਰਕੇ। ਤਾਂ ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਮਤਲਬ ਭੁੱਲ ਸੀਗੀ ਲੋਕਾਂ ਦੀ। ਹੁਣ ਦੇਖੋ ਭੁਗਤ ਰਹੇ ਨੇ ਲੋਕ। ਮੈਨੂੰ ਲੱਗਦਾ ਜੇ ਜਾਖੜ ਸਾਹਿਬ ਨੂੰ ਜਿੱਥੇ 1.5 ਸਾਲ ਦਾ ਟਾਈਮ ਮਿਲਿਆ ਸੀ, ਉੱਥੇ 5 ਸਾਲ ਦਾ ਹੋਲ ਟਾਈਮ ਮਿਲਦਾ, ਤੇ ਮੈਂ ਵੀ ਸਾਡੇ ਇਲਾਕੇ ਦੀ ਤਾਂ ਨੁਹਾਰ ਹੀ ਚੇਂਜ ਹੋ ਜਾਣੀ ਸੀ। ਜਿੰਨੀ ਉਹਨਾਂ ਨੇ 1.5 ਸਾਲ ਚ ਕੀਤੀ, ਹੋਰ ਜ਼ਿਆਦਾ ਚੇਂਜ ਹੋ ਜਾਣੀ ਸੀ। ਤਾਂ ਮੈਂ ਮੰਨਦੀ ਹਾਂ ਕਿ ਜਾਖੜ ਸਾਹਿਬ ਨੇ, ਰੰਧਾਵਾ ਸਾਹਿਬ ਨੇ, ਬਹੁਤ ਵਧੀਆ ਲੀਡਰ ਨੇ। ਹੁਣ ਜੇਕਰ ਅਗਰ ਯੰਗਸਟਰ ਦੀ ਗੱਲ ਕਰਾਂ, ਯੰਗ ਜਿਹੜੇ ਲੀਡਰ ਨੇ, ਹੁਣ ਰਾਜਾ ਵੜਿੰਗ ਸਾਹਿਬ ਨੂੰ ਦੇਖ ਲਓ, ਉਹ ਮਤਲਬ ਕਾਫੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ। ਆਪਣੇ ਧੂਰੀ ਤੋਂ ਗੋਲਡੀ ਭਾਜੀ ਨੇ, ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ। ਸੋ ਮਤਲਬ ਬਹੁਤ ਅੱਛੇ ਲੀਡਰ ਨੇ ਜਿਨ੍ਹਾਂ ਨੂੰ ਮਤਲਬ ਲਾਈਕ ਦੇਖ ਕੇ ਥੋੜਾ ਜਜ਼ਬਾ ਵੀ ਆਉਂਦਾ ਹੈ ਕਿ ਯਾਰ ਇਹ ਵੀ ਕੰਮ ਕਰ ਰਹੇ ਨੇ ਤੇ ਆਪਾਂ ਵੀ ਕੋਈ ਵਧੀਆ ਕੰਮ ਕਰੀਏ, ਲਾਈਕ ਉਹਨਾਂ ਵਰਗੇ ਬਣੀਏ, ਹਨਾ। ਤੁਸੀਂ ਸਾਰੇ ਕਾਂਗਰਸੀਆਂ ਦੇ ਨਾਂ ਗਣਾਤੇ, ਤਾਂ ਨਹੀਂ ਤੁਸੀਂ ਕਾਂਗਰਸ ਪਾਰਟੀ ਤੋਂ ਇਸ ਕਰਕੇ? ਨਹੀਂ, ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਹਰ ਪਾਰਟੀ 'ਚ ਵਧੀਆ ਲੀਡਰ ਹੁੰਦੇ ਆ, ਚਾਹੇ ਉਹ BJP ਹੋਵੇ ਜਾਂ ਕੋਈ ਵੀ ਪਾਰਟੀ ਹੋਵੇ, ਹਰ ਪਾਰਟੀ 'ਚ ਵਧੀਆ ਲੀਡਰ ਹੁੰਦੇ ਆ। ਕਿਉਂਕਿ ਇਹ ਹੈ ਨਾ ਕਿ ਜਦੋਂ ਮੈਂ ਸਰਪੰਚ ਬਣੀ, ਹੁਣ ਮੇਰੀ ਜਿਹੜੀ ਪਿਛੋਕੜ, ਮੇਰੇ ਪਾਪਾ ਹੁਣ ਕਾਂਗਰਸ ਨਾਲ ਸੰਬੰਧ ਰੱਖਦੇ ਸੀਗੇ, ਤਾਂ ਓਬਵੀਅਸਲੀ ਮੇਰੀ ਵੀ ਪਾਰਟੀ ਉਹੀ ਹੋਊਗੀ। ਸੋ ਮੇਰੀ ਸੋਚ ਜਿਹੜੀ ਹੈ, ਮੈਂ ਪਾਰਟੀਆਂ, ਮੈਨੂੰ ਲੱਗਦਾ ਪਾਰਟੀਆਂ ਤੋਂ ਹਟ ਕੇ ਇੱਕ ਬੰਦੇ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਲੀਡਰਸ਼ਿਪ ਦੀ, ਅਗਰ ਬੰਦੇ 'ਚ ਉਹ ਹੋਵੇ ਤਾਂ ਮੇਰੇ ਲਈ ਤਾਂ ਪਾਰਟੀਆਂ ਮੈਟਰ ਨਹੀਂ ਕਰਦੀਆਂ। ਬਹੁਤ ਵਧੀਆ ਕਿ ਅਗਰ ਕੋਈ ਮਤਲਬ ਹਰ ਕਿਸੇ ਨਾਲ ਆਪਾਂ ਕਹੀਏ ਇੰਡੀਵਿਜੂਅਲੀ ਜਿਹੜਾ ਇੱਕ ਸਿਸਟਮ ਹੁੰਦਾ ਨਾ, ਤੇ ਅਗਰ ਹਰ ਪੋਲੀਟੀਸ਼ੀਅਨ, ਹਰ ਲੀਡਰ ਦੀ ਸੋਚ ਇਹ ਹੋਵੇ ਕਿ ਸਾਡੇ ਲਈ ਸਭ ਕੁਝ ਇਕੁਅਲ ਹੈ, ਤਾਂ ਮੈਨੂੰ ਲੱਗਦਾ ਕਿ ਸਿਆਸਤ ਤਾਂ ਮਤਲਬ ਸਿਆਸਤ ਨਾ ਹੀ ਮਿਟ ਜੇ। ਆਈ ਥਿੰਕ ਜਿਹੜੀ ਸਿਆਸਤ ਖੇਡ ਦੇ ਜਿੱਥੋਂ ਬਰਬਾਦ ਮਤਲਬ ਨਾਮ ਦੀ ਜਿਹੜੀ ਬਦਨਾਮੀ ਹੋਈ ਹੈ ਨਾ, ਕਿ ਆ ਜੀ ਉੱਥੇ ਵੀ ਸਿਆਸਤ ਕਰਦੇ, ਉੱਥੇ ਵੀ ਸਿਆਸਤ ਕਰਦੇ, ਮੈਨੂੰ ਲੱਗਦਾ ਹੈ ਕਿ ਜੇਕਰ ਵਧੀਆ ਇੱਕ ਹਰ ਲੀਡਰ 'ਚ ਕੁਆਲਿਟੀ ਹੋਵੇ ਕਿ ਕੰਮ ਕਰਨ ਦਾ, ਕਿਉਂਕਿ ਜੇਕਰ ਜਿਹਦਾ ਨਾਮ ਪੋਲਿਟਿਕਸ ਨਾਲ ਜੁੜ ਗਿਆ, ਜੇ ਉਹਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੈ, ਸੋਸ਼ਲ ਸਰਵਿਸਿਜ਼ ਕਰਨ ਦਾ ਜਜ਼ਬਾ ਹੈ, ਉਹੀ ਲੀਡਰ
ਆਊਗਾ, ਨਹੀਂ ਤਾਂ ਮੋਸਟਲੀ ਹੁੰਦੇ ਆ ਜੀ ਆਪਦਾ ਘਰ ਭਰ ਲਓ ਪਹਿਲੇ, ਬਾਕੀ ਕੋਈ ਨਹੀਂ, ਜਨਤਾ ਨੂੰ ਦੇਖਾਂਗੇ ਅਗਲੇ 5 ਸਾਲ। ਅੱਛਾ ਪੱਲਵੀ, ਜਿਸ ਤਰ੍ਹਾਂ ਤੁਸੀਂ ਸਰਪੰਚ ਬਣ ਕੇ ਆਪਣੇ ਪਿੰਡ ਦੇ ਵਿੱਚ ਕੰਮ ਕੀਤਾ, ਮਨ 'ਚ ਇਹ ਵੀ ਖਿਆਲ ਆਇਆ ਹੋਣਾ ਕਿ ਉਹਨਾਂ ਪੂਰਾ ਹਲਕਾ ਹੀ ਸੰਭਾਲ ਲਈਏ? ਜੀ ਬਿਲਕੁਲ, ਦੇਖੋ ਹਲਕਾ ਸੰਭਾਲਣ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਹਲਕਾ ਸੰਭਾਲਣ ਲਈ ਤਾਂ ਮੈਂ ਹੁਣੇ ਤਿਆਰ ਬੈਠੀ ਸੀ। ਆ ਜਿਹੜੇ ਸਾਡੇ ਹੁਣ ਇਲੈਕਸ਼ਨ ਆ ਰਹੇ ਨੇ 22 ਦੇ 20 ਤਰੀਕ ਨੂੰ ਵੋਟਾਂ ਪੈਣੀਆਂ, ਤਾਂ ਮੈਂ ਤਾਂ ਮਤਲਬ ਪਿਛਲੇ 1.5 ਸਾਲ ਤੋਂ ਆਪਦੇ ਹਲਕੇ 'ਚ ਸੇਵਾ ਵੀ ਕਰ ਰਹੀ ਸੀ, ਸਰਪੰਚੀ ਦੇ ਨਾਲ ਨਾਲ ਹਲਕੇ 'ਚ ਵੀ ਲੱਗੀ ਹੋਈ ਸੀ ਕਿ ਜੇਕਰ ਮੈਂ ਸਰਪੰਚ ਆ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਸਰਪੰਚੀ ਤੋਂ ਉੱਠ ਕੇ ਅੱਗੇ ਵੀ ਜਾਣਾ ਚਾਹੀਦਾ, ਕਿਉਂਕਿ ਸਾਡੇ ਏਰੀਆ ਜਿਹੜਾ ਸਾਡਾ ਸੁਜਾਨਪੁਰ ਹੈ, ਉੱਥੋਂ ਦੇ ਵਿਧਾਇਕ ਮਤਲਬ 15 ਸਾਲ ਤੋਂ ਇੱਕੋ ਵਿਧਾਇਕ ਸਾਡੀ ਪਾਰਟੀ ਦੇ, ਉੱਥੇ ਕੋਈ ਵਿਧਾਇਕ ਨਹੀਂ ਸੀਗਾ, ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਚੇਂਜਸ ਦੀ ਜ਼ਰੂਰਤ ਸੀਗੀ, ਤਾਂ ਮੈਂ ਪੂਰੇ ਹਲਕੇ 'ਚ ਹੀ ਕੰਮ ਕਰ ਰਹੀ ਸੀ ਸਰਪੰਚੀ ਦੇ ਨਾਲ ਨਾਲ ਵੀ। ਤਾਂ ਮਤਲਬ ਮੇਰੀ ਤਾਂ ਸੋਚ ਇਹੀ ਇਲੈਕਸ਼ਨਾਂ 'ਚ ਸੀਗੀ ਕਿ ਮੈਂ ਐਮਐਲਏ ਬਣਾ, ਤੇ ਤਾਂ ਕਿ ਮੈਂ ਆਪਣੇ ਪਿੰਡ ਦਾ ਸੁਧਾਰ ਕਰ ਸਕਦੀ ਹਾਂ ਤਾਂ ਆਪਣੇ ਏਰੀਆ ਦਾ ਸੁਧਾਰ ਵੀ ਕਰੀਏ। ਫਿਰ ਇਸ ਵਾਰ ਐਮਐਲਏ ਕੋਸ਼ਿਸ਼ ਕੀਤੀ ਬਣਨ ਦੀ? ਹਾਂਜੀ ਬਿਲਕੁਲ ਬਿਲਕੁਲ, ਆਪਣੀ ਕਾਂਗਰਸ ਪਾਰਟੀ ਦੀ ਤਰਫ ਤੋਂ ਐਪਲੀਕੇਸ਼ਨ ਵੀ ਫਿਲ ਕੀਤੀ ਸੀਗੀ, ਐਂਡ ਤੱਕ ਰੇਸ 'ਚ ਵੀ ਰਹੇ ਆ। ਬਾਕੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਕਿ ਥੋੜਾ ਬਹੁਤ ਐਲੀਗੇਸ਼ਨਸ ਲੱਗ ਜਾਂਦੇ ਆ ਕਿ ਜੀ ਹਜੇ ਏਜ ਛੋਟੀ ਹੈ ਕੁੜੀ ਦੀ ਜਾਂ ਕੁਝ ਵੀ, ਸੋ ਉਹਨਾਂ ਚੀਜ਼ਾਂ ਕਰਕੇ। ਕਿੰਨੇ ਮਹੀਨੇ ਜਾਂ ਕਿੰਨੇ ਸਾਲ ਘੱਟੀ ਤੁਹਾਡੀ ਏਜ? ਐਕਚੁਅਲੀ ਮੇਰੀ ਏਜ ਕੋਈ ਜ਼ਿਆਦਾ ਨਹੀਂ, ਸਿਰਫ 15-16 ਦਿਨ ਦਾ ਫਰਕ ਸੀਗਾ। ਤੇ ਬਹੁਤ ਅਫਸੋਸ ਹੋਇਆ ਹੋਣਾ ਤੈਨੂੰ ਨਹੀਂ ਵੀ ਕਿ ਇਲੈਕਸ਼ਨ 1 ਮਹੀਨਾ ਲੇਟ ਹੋ ਜਾਂਦੀ ਤਾਂ ਮੈਂ ਐਲੀਜੀਬਲ ਹੋ ਜਾਂਦੀ? ਬਿਲਕੁਲ, ਐਕਚੁਅਲੀ ਜਦੋਂ ਕੀ ਹੈ ਨਾ ਕਿ ਮੈਨੂੰ ਤਾਂ ਲੱਗਦਾ ਹੈ, ਬਟ ਇਲੈਕਸ਼ਨ ਡੇਟ ਜੇਕਰ ਆਪਾਂ ਏਜ ਛੋਟੀ ਦੀ ਗੱਲ ਕਰੀਏ, ਜਿੱਥੇ ਮੈਂ ਕਹਿੰਨੀ ਆ ਕਿ ਜਿੱਥੇ 19 ਜਾਂ 21 ਸਾਲ ਦਾ ਬੱਚਾ ਜੱਜ ਬਣ ਸਕਦਾ ਹੈ, 20-21 ਸਾਲ ਦਾ ਬੱਚਾ IPS IAS ਬਣ ਸਕਦਾ ਹੈ, ਤਾਂ 24 ਸਾਲ ਦਾ ਬੱਚਾ ਐਮਐਲਏ ਕਿਉਂ ਨਹੀਂ ਬਣ ਸਕਦਾ? ਮੈਨੂੰ ਲੱਗਦਾ ਕਿ ਬਣ ਸਕਦੇ ਆ। ਹੁਣੇ ਆਪਾਂ ਦੇਖੀਏ ਤਾਂ 2 ਦਿਨ ਪਹਿਲੇ ਆਈ ਥਿੰਕ ਜੈਪੁਰ ਵਾਲੀ ਸਾਈਡ ਤੋਂ ਇੱਕ ਮੁੰਡਾ 21 ਸਾਲ ਦਾ ਉਹ ਜੱਜ ਬਣਿਆ, ਉਹਨੇ ਟੈਸਟ ਕਲੀਅਰ ਕੀਤਾ, ਉਹ ਜੱਜ ਬਣਿਆ, ਤੇ 21 ਸਾਲ ਦਾ ਬੱਚਾ ਜੱਜ ਬਣ ਸਕਦਾ ਹੈ, ਤੇ 23-24 ਸਾਲ ਦਾ ਬੱਚਾ ਐਮਐਲਏ ਕਿਉਂ ਨਹੀਂ ਬਣ ਸਕਦਾ? ਬਹੁਤ ਵੈਸੇ ਬਹੁਤ ਸੋਹਣੀ ਤੇ ਬਹੁਤ ਸੀਰੀਅਸ ਗੱਲ ਕੀਤੀ ਹੈ ਤੁਸੀਂ, ਕਿਉਂਕਿ ਇੱਕ ਐਮਐਲਏ ਦਾ ਹਲਕਾ ਸੰਭਾਲਣਾ ਹੁੰਦਾ, ਐਸਐਸਪੀ ਤੇ ਮਤਲਬ ਜਿਹੜਾ IAS ਵਗੈਰਾ ਹੁੰਦੇ ਹਨਾ, DC ਹੁੰਦੇ, ਉਹਨਾਂ ਨੇ ਤਾਂ ਪੂਰਾ ਜ਼ਿਲ੍ਹਾ ਸੰਭਾਲਣਾ ਹੁੰਦਾ, ਤੇ ਹਲਕਾ ਸੰਭਾਲਿਆ ਜਾ ਸਕਦਾ, 24-25 ਸਾਲ ਦਾ ਹਲਕਾ ਸੰਭਾਲ ਸਕਦਾ। ਅੱਛਾ, ਇਨ ਕੇਸ ਤੁਸੀਂ ਅੱਗੇ ਵਿਧਾਨ ਸਭਾ 'ਚ ਜਾਂਦੇ ਹੋ, ਅਗਲੀ ਵਾਰ ਸਹੀ ਵਿਧਾਨ ਸਭਾ 'ਚ ਤੁਸੀਂ ਜਾਂਦੇ ਹੋ, ਤਾਂ ਇਹ ਮੁੱਦਾ ਤੁਸੀਂ ਪਹਿਲ ਦੇ ਆਧਾਰ ਤੇ ਰੱਖੋਗੇ? ਜੀ ਬਿਲਕੁਲ ਰੱਖਾਂਗੀ। ਐਕਚੁਅਲੀ ਦੇਖੋ, ਮੌਕਾ ਮਿਲਿਆ ਤਾਂ ਮੈਂ ਤਾਂ ਮਤਲਬ ਬਹੁਤ ਸਾਰੇ ਇਦਾਂ ਦਾ ਮੈਨੂੰ ਲੱਗਦਾ ਹੈ ਕਿ ਜਿਹੜੀ ਖਾਨਦਾਨੀ ਸਿਆਸਤ ਹੈ ਨਾ, ਇਸ ਚੀਜ਼ ਦਾ ਰਿਵਾਜ ਜਿਹੜਾ ਹੈ ਖਤਮ ਹੋਣਾ ਚਾਹੀਦਾ ਹੈ, ਕਿਉਂਕਿ ਤਾਂ ਜੋ ਆ ਜਿਹੜਾ 25 ਸਾਲ ਵਾਲਾ, ਮੈਨੂੰ ਲੱਗਦਾ ਹੈ ਕਿ ਪੋਲੀਟੀਸ਼ੀਅਨਸ ਦੇ ਜ਼ਰੀਏ ਹੀ ਇਸ ਚੀਜ਼ ਨੂੰ ਇੱਕ ਆਪਸ਼ਨ ਬਣਾਇਆ ਗਿਆ ਹੈ। ਬਾਕੀ ਠੀਕ ਹੈ, ਸੰਵਿਧਾਨ 'ਚ ਵੀ ਇਹ ਚੀਜ਼ ਪਾਸ ਹੋਈ ਹੈ ਅਕੋਰਡਿੰਗ ਟੂ ਐਕਟ ਜਿਹੜੇ ਵੀ ਸਾਡੇ ਬੋਲਦੇ ਨੇ, ਉੱਥੋਂ ਵੀ ਕਿ ਹਾਂਜੀ 25 ਸਾਲ ਐਲੀਜੀਬਿਲਿਟੀ ਹੁੰਦੀ ਹੈ ਇੱਕ ਐਮਐਲਏ ਬਣਨ ਲਈ। ਬਟ ਮੈਨੂੰ ਲੱਗਦਾ ਹੈ ਕਿ ਇੱਥੋਂ ਫਿਰ ਜਿਹੜੇ ਯੰਗ ਬੱਚੇ ਨੇ, ਜਿਹੜੇ ਰਾਜਨੀਤੀ 'ਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਮੌਕਾ ਕਿੱਦਾਂ ਮਿਲੇਗਾ? ਜੇਕਰ ਉਹਨਾਂ ਲਈ 25 ਸਾਲ ਦਾ ਆਪਸ਼ਨ ਰੱਖਤਾ, ਅੱਗੇ ਉਹਨਾਂ ਦਾ ਕੈਰੀਅਰ ਵੀ ਤਾਂ ਹੈਗਾ ਹੈ, 25 ਸਾਲ ਉਹਨਾਂ ਨੇ ਸਟੱਡੀਜ਼ ਵੀ ਕਰਨੀਆਂ ਨੇ, ਅੱਗੇ ਉਹਨਾਂ ਨੇ ਆਪ ਦੀ ਥਿੰਕਿੰਗ ਬਣਾਉਣੀ ਹੈ ਕਿ ਆਪਾਂ ਪੋਲਿਟਿਕਸ ਵਾਲੇ ਪਾਸੇ ਜਾਈਏ, ਕਿਹੜੇ ਪਾਸੇ ਜਾਈਏ। ਤੁਹਾਨੂੰ ਲੱਗਦਾ ਇਹ ਸਾਰੀ ਇੱਕ ਸਿਆਸਤ ਇੱਕ ਗੇਮ ਪਲੇ ਕੀਤੀ ਜਾਂਦੀ ਹੈ ਕਿ ਉਹੀ ਲੋਕ ਕਾਬਜ਼ ਰਹਿਣ, ਨਵਿਆਂ ਨੂੰ ਮੌਕਾ ਨਾ ਮਿਲੇ? ਹਾਂਜੀ ਬਿਲਕੁਲ, ਤਾਂ ਮੈਨੂੰ ਲੱਗਦਾ ਕਿ ਜੇ ਵਿਧਾਨ ਸਭਾ 'ਚ ਜਾਣ ਦਾ ਮੌਕਾ ਮਿਲਿਆ ਤਾਂ ਇਸ ਚੀਜ਼ ਦੇ ਕੁਛ ਨਾ ਕੁਛ ਕੰਮ ਕਰਵਾਵਾਂਗੇ। ਵੈਸੇ ਤੁਹਾਨੂੰ ਲੱਗਦਾ ਵੀ ਸਿਆਸਤਦਾਨ ਨੇ ਜਿਹੜੇ ਸਿਰਫ ਕਹਿੰਦੇ ਨੇ ਕਿ ਅਸੀਂ ਯੰਗਸਟਰਸ ਆਉਣ, ਨਵੇਂ ਚਿਹਰੇ ਆਉਣ, ਆ ਕੇ ਕਮਾਨ ਸੰਭਾਲਣ, ਮੌਕਾ ਦੇਣ, ਪਰ ਅਸਲ 'ਚ ਉਹ ਵਾਕਿਆ ਚਾਹੁੰਦੇ ਨਹੀਂ ਹੈਗੇ? ਨਹੀਂ, ਦੇਖੋ ਜਿਹੜੇ ਪੁਰਾਣੇ ਸਿਆਸਤੀ ਬੈਠੇ ਆ, ਮੈਨੂੰ ਤਾਂ ਲੱਗਦਾ ਉਹ ਚਾਹੁੰਦੇ ਆ। ਇੱਕ ਬੋਲਣਾ ਤੇ ਕਰਕੇ ਦਿਖਾਉਣ 'ਚ ਬਹੁਤ ਫਰਕ ਹੁੰਦਾ ਹੈ। ਮੈਨੂੰ ਲੱਗਦਾ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਕਿਉਂਕਿ ਮੈਨੂੰ ਲੱਗਦਾ ਕਿ ਮੋਸਟਲੀ ਵੈਸੇ ਹਾਂ ਕੁਝ ਐਵੇਂ ਦੇ ਵਧੀਆ ਲੀਡਰ ਵੀ ਹੁੰਦੇ ਨੇ ਜਿਹੜੇ ਵਾਕਿਆ ਚਾਹੁੰਦੇ ਨੇ ਕਿ ਜਿਹੜੇ ਯੰਗ ਬੱਚੇ ਨੇ ਉਹ ਅੱਗੇ ਆਉਣ, ਔਰ ਐਨਕਰੇਜ ਵੀ ਕਰਦੇ ਨੇ ਬੱਚਿਆਂ ਨੂੰ ਕਿ ਨਹੀਂ ਬਹੁਤ ਵਧੀਆ ਕਰ ਰਹੇ ਨੇ ਬੱਚੇ। ਤਾਂ ਮੋਸਟਲੀ ਲੋਕਾਂ ਦੀ ਸੋਚ ਇਹ ਹੁੰਦੀ, ਹੁਣ ਪਿੰਡਾਂ ਤੋਂ ਹੀ ਗੱਲ ਕਰ ਲਓ, ਜੇਕਰ ਸਰਪੰਚੀ ਦਾ ਇਲੈਕਸ਼ਨ ਕੋਈ ਲੜੇ, ਹੁਣ ਜਦੋਂ ਮੈਂ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ, ਲੋਕਾਂ ਨੇ ਕੀ ਐਂਟੀ ਪਾਰਟੀਆਂ ਜਿਹੜੀਆਂ ਹੁੰਦੀਆਂ ਪਿੰਡਾਂ 'ਚ ਕਾਫੀ ਕੁਐਸਚਨ ਕੀਤੇ ਜੀ, ਕੁੜੀ ਐ ਇਹਨੂੰ ਕੀ ਵੋਟਾਂ ਪਾਓ, ਕੋਈ ਨੂੰਹ ਧੀ ਹੋਵੇ ਉਹਨੂੰ ਵੋਟਾਂ ਪਾਓ ਜੀ, ਜਾਂ ਕੁਝ ਕਰੋ, ਹੈ ਨਾ। ਤਾਂ ਮਤਲਬ ਲਾਈਕ ਕੁੜੀ ਹੈ ਤਾਂ ਕੁੜੀ ਕਿਉਂ ਨਹੀਂ ਕੁਝ ਕਰ ਸਕਦੀ? ਹੁਣ ਜਦੋਂ ਮੈਂ ਸਰਪੰਚ ਬਣੀ, ਮੈਨੂੰ ਲੋਕਾਂ ਨੇ ਸਰਪੰਚ ਬਣਾ ਕੇ ਇੱਥੋਂ ਤੱਕ ਭੇਜਿਆ, ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤਾਂ ਆਪਦੇ ਪਿੰਡ ਦੇ ਲੋਕਾਂ ਕਰਕੇ ਖੜੀ ਹਾਂ ਇੱਥੇ, ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਤੇ ਮੈਂ ਆਪਣੇ ਆਪ ਨੂੰ ਪ੍ਰੂਵ ਕਰਾਂ ਨਾ ਉਹਨਾਂ ਸਾਹਮਣੇ। ਜੇਕਰ ਕੰਮਾਂ ਦੀ ਗੱਲ ਕਰੀਏ ਤਾਂ ਕੰਮ ਕਰਾਈਏ, ਉਹਨਾਂ ਨੂੰ ਪਤਾ ਲੱਗੇ ਕਿ ਪਿੰਡ ਦੇ ਲੋਕਾਂ ਨੂੰ ਪਤਾ ਚੱਲੇ ਕਿ ਵਾਕਿਆ ਉਸ ਕੁੜੀ ਨੇ ਸਾਡੀ ਆਵਾਜ਼ ਇੱਥੇ, ਕਿਉਂਕਿ ਇੱਕ ਵੋਟਾਂ ਦਾ ਸਿਸਟਮ ਜਿਹੜਾ ਹੁਣ ਐਮਐਲਏ ਹੋਵੇ, ਸਰਪੰਚ ਹੋਵੇ ਜਾਂ ਕੋਈ ਵੀ ਹੋਵੇ, ਇੱਕ ਪਬਲਿਕ ਦੀ ਵੌਇਸ, ਮਤਲਬ ਵੌਇਸ ਆਫ ਪਬਲਿਕ, ਇਸ ਚੀਜ਼ ਨੂੰ ਮੈਂ ਸਮਝਦੀ ਹਾਂ ਕਿ ਸਾਨੂੰ ਜਨਤਾ ਦੀ ਆਵਾਜ਼ ਬਣਨਾ ਚਾਹੀਦਾ, ਤਾਂ ਹੀ ਇੱਕ ਨੁਮਾਇੰਦਾ ਹੁੰਦਾ ਹੈ। ਹੁਣ ਜੇ ਮੈਂ ਸਰਪੰਚ ਆ ਪਿੰਡ ਦੀ, ਜੇ ਮੈਨੂੰ ਆਪਣੇ ਪਿੰਡ ਦੀ ਹਾਲਾਤਾਂ ਦਾ, ਮੁਸ਼ਕਲਾਂ ਦਾ ਪਤਾ ਨਾ ਹੋਏ ਤਾਂ ਮੈਂ ਕੀ ਸਰਪੰਚੀ ਕਰਨੀ ਹੈ ਨਾ। ਤਾਂ ਮਤਲਬ ਮੈਨੂੰ ਲੱਗਦਾ ਕਿ ਸਾਨੂੰ ਜਨਤਾ ਦੀ ਇੱਕ ਆਵਾਜ਼ ਬਣਨਾ ਚਾਹੀਦਾ ਹੈ, ਤਾਂ ਜੋ ਆਪਾਂ ਆਪਣੇ ਜਨਤਾ ਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾਈਏ। ਉੱਥੇ ਕੁਛ ਨਾ ਕੁਛ ਵਿਚਾਰ ਤਾਂ ਹੁੰਦਾ ਹੀ ਹੈ ਨਾ, ਕਿਤੇ ਵੀ ਆਪਾਂ ਜਾਂਦੇ ਆ, ਕੋਈ ਵੀ ਗੱਲਬਾਤ ਕਰੀਏ ਤਾਂ ਜੇ ਮੈਂ ਉੱਥੇ ਆਪਣੇ ਪਿੰਡ ਦਾ ਮੁੱਦਾ ਰੱਖਾਂਗੇ, ਓਬਵੀਅਸਲੀ 4 ਬੰਦੇ ਬਹਿ ਕੇ ਗੱਲਾਂ ਕਰਦੇ ਆ ਜੀ, ਫਲਾਣੇ ਪਿੰਡ ਤੋਂ ਕੁੜੀ
ਕੁੜੀ ਆਈ ਸੀ ਉਹ ਇਹ ਪ੍ਰੋਬਲਮ ਦੱਸ ਗਈ ਸੀ। ਸੋ ਮੈਨੂੰ ਲੱਗਦਾ ਹੈ ਕਿ ਰਿਸਪੌਂਸਿਬਲ ਹੋਣਾ ਬਹੁਤ ਜ਼ਰੂਰੀ ਹੈ ਇਸ ਫੀਲਡ 'ਚ ਆ ਕੇ। ਤੁਸੀਂ 3 ਸਾਲ ਤੋਂ ਜ਼ਿਆਦਾ ਤੁਹਾਨੂੰ ਸਰਪੰਚ ਬਣਿਆ ਸਮਾਂ ਹੋ ਗਿਆ, ਕਿਹੜੇ ਤੁਹਾਡੇ ਪਿੰਡ ਦੇ ਕੰਮ ਸੀ ਜਿਹੜੇ ਪਿਛਲੇ 40-50 ਸਾਲ 'ਚ ਨਹੀਂ ਹੋਏ ਤੇ ਤੁਸੀਂ 3 ਸਾਲਾਂ 'ਚ ਕਰਕੇ ਦਿਖਾਤੇ? ਦੇਖੋ ਕੰਮਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਿਛਲੇ 40-45 ਸਾਲਾਂ ਦੀ ਗੱਲ ਕਰਾਂ, ਇੱਕ ਫੈਮਿਲੀ ਦੇ ਹੱਥੋਂ ਬਾਗਡੋਰ ਪਹਿਲੇ ਤਾਂ ਮਤਲਬ ਲੈਣੀ ਬਹੁਤ ਮੁਸ਼ਕਿਲ ਹੁੰਦੀ ਹੈ, ਔਰ ਉੱਥੇ ਵੀ ਇੱਕ ਸਪੈਸ਼ਲੀ ਇੱਕ ਸਿਸਟਮ ਬਣ ਜਾਂਦਾ ਨਾ, ਬੀਜੇਪੀ ਕਾਂਗਰਸ ਹਰ ਕਿਤੇ ਹੁੰਦੀ ਹੈ, ਪਾਰਟੀਆਂ ਦਾ ਥੋੜਾ ਸਿਸਟਮ ਹੁੰਦਾ ਹੈ ਤੇ ਸਾਡੇ ਵਾਲੇ ਪਾਸੇ ਬੀਜੇਪੀ ਕਾਂਗਰਸ ਦਾ ਜ਼ਿਆਦਾ ਕੰਪੀਟੀਸ਼ਨ ਹੈ। ਸੋ ਬੀਇੰਗ ਕਾਂਗਰਸ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਸੀ, ਦੂਜੇ ਬੀਜੇਪੀ ਦੇ ਸੀਗੇ, ਤਾਂ ਮਤਲਬ ਬਹੁਤ ਜ਼ਿਆਦਾ ਇੱਕ ਮੁਸ਼ਕਿਲ ਆਈ ਉਸ ਟਾਈਮ ਤੇ। ਲੇਕਿਨ ਜਦੋਂ ਕੰਮਾਂ ਦੀ ਗੱਲ ਕਰੀਏ ਤਾਂ ਕੰਮਾਂ ਲਈ ਮੈਂ ਤੁਹਾਨੂੰ ਦੱਸਾਂ ਕਿ ਮਤਲਬ ਗਲੀਆਂ ਨਾਲੀਆਂ ਤਾਂ ਅਕਸਰ ਆਮ ਬਣਦੀਆਂ ਨੇ ਨਾ, ਤਾਂ ਮੇਰੇ ਪਿੰਡ ਦੀ ਜਿਹੜੀ ਮੈਂ ਆਪਣੇ ਪਿੰਡ ਦੀ ਨੁਹਾਰ ਬਦਲੀ ਕਿ ਮੇਰੇ ਪਿੰਡ ਦੀ ਕੋਈ ਪਹਿਚਾਨ ਨਹੀਂ ਸੀਗੀ ਬਿਲਕੁਲ ਵੀ। ਆਪਾਂ ਆਪਣੇ ਮਤਲਬ ਸ਼ਹਿਰ ਤੋਂ ਪਿੰਡ ਜਿਹੜਾ ਮੇਰਾ 18 ਕਿਲੋਮੀਟਰ ਹੈ ਪਠਾਨਕੋਟ ਜ਼ਿਲ੍ਹੇ ਤੋਂ, ਤਾਂ ਮਤਲਬ ਜਦੋਂ ਆਪਾਂ ਜ਼ਿਲ੍ਹੇ 'ਚ ਆਪਾਂ ਸਕੂਲ ਜਦੋਂ ਪੜ੍ਹਦੇ ਸੀਗੇ ਤੇ ਬੱਚਿਆਂ ਨੂੰ ਨਾਂ ਨਹੀਂ ਪਤਾ ਸੀਗਾ ਕਿ ਹਾੜਾ ਪਿੰਡ ਕਿਹੜਾ ਹੈ ਜੀ, ਕਿਹੜਾ ਪਿੰਡ ਹੈ ਹਨਾ। ਤਾਂ ਮਤਲਬ ਉਸ ਟਾਈਮ ਤੇ ਨਾ ਗੱਲ ਬੜੀ ਇਦਾਂ ਫੀਲ ਜੀ ਹੁੰਦੀ ਸੀਗੀ ਯਾਰ ਸਾਡੇ ਪਿੰਡ ਦਾ ਨਾਮ ਹੀ ਨਹੀਂ ਕਿਸੇ ਨੂੰ ਪਤਾ। ਸੋ ਜਦੋਂ ਮੈਂ ਸਰਪੰਚੀ ਦੀ ਬਾਗਡੋਰ ਸੰਭਾਲੀ ਉਸ ਟਾਈਮ ਤੇ ਨਾ ਮੇਰਾ ਪਹਿਲਾ ਇਹ ਸੀਗਾ ਕਿ ਆਪਣੇ ਪਿੰਡ ਦੀ ਕੋਈ ਪਹਿਚਾਨ। ਸੋ ਮੈਂ ਆਪਣੇ ਪਿੰਡ 'ਚ ਐਂਟਰੈਂਸ ਗੇਟ ਲਗਵਾਏ ਜਿੱਥੋਂ ਪਤਾ ਚੱਲੇ ਲੋਕਾਂ ਨੂੰ ਕਿ ਇੱਥੋਂ ਹਾੜਾ ਪੰਚਾਇਤ ਦੀ ਹੱਦ ਸ਼ੁਰੂ ਹੁੰਦੀ ਹੈ ਤੇ ਇੱਥੇ ਜਾ ਕੇ ਖਤਮ ਹੁੰਦੀ ਹੈ ਹਨਾ। ਕੋਈ ਇਹ ਕੰਮ ਕਰਵਾਏ ਦੈਨ ਉਹ ਤੋਂ ਬਾਅਦ ਮੈਂ ਦੇਖੋ ਗਲੀਆਂ ਨਾਲੀਆਂ ਹਰ ਕੋਈ ਬਣਾਉਂਦਾ ਹੈ, ਆਮ ਹੁੰਦੀਆਂ ਹੈ, ਤਾਂ ਚਲੋ ਜਿਹੜੀਆਂ ਗਲੀਆਂ ਨਾਲੀਆਂ ਬਣਨੀਆਂ ਸੀ ਉਹ ਵੀ ਬਣੀਆਂ। ਲੇਕਿਨ ਮੇਰੇ ਲਈ ਸਭ ਤੋਂ ਵੱਡੀ ਪ੍ਰੋਬਲਮ ਦਾ ਵਿਸ਼ਾ ਇਹ ਸੀਗਾ ਕਿ ਮੇਰੀ ਪੰਚਾਇਤ 'ਚ ਬਿਲਕੁਲ ਵੀ ਲੈਂਡ ਨਹੀਂ ਹੈਗੀ, ਪੰਚਾਇਤੀ ਲੈਂਡ ਨਹੀਂ ਹੈਗੀ। ਉਹ ਨਾ ਸੋਰਸ ਆਫ ਇਨਕਮ ਤੁਹਾਡੇ ਕੋਲੇ ਨਹੀਂ ਸੀ? ਬਿਲਕੁਲ ਨਹੀਂ ਹੈ। ਤਾਂ ਉਹ ਨਾ ਹੋਣ ਕਰਕੇ ਵੀ ਸਰ ਮੈਂ ਆਪਦੀ ਮੇਰੀ ਸੋਚ ਸੀਗੀ ਪਿੰਡ 'ਚ ਇੱਕ ਵਧੀਆ ਜੀ ਲਾਇਬ੍ਰੇਰੀ ਹੋਵੇ, ਇੱਕ ਵਧੀਆ ਜਿਹਾ ਪਾਰਕ ਹੋਵੇ, ਮਤਲਬ ਬਹੁਤ ਜ਼ਿਆਦਾ ਮਤਲਬ ਸੋਚ ਤਾਂ ਅੱਗੇ ਦੀ ਸੀਗੀ। ਲੇਕਿਨ ਪਹਿਲੇ ਜਿਹੜਾ ਪ੍ਰਾਇੋਰਟੀ ਕਿ ਮੈਂ ਲੋਕਾਂ ਨੂੰ ਦਿੱਤੀ ਕਿ ਲੋਕ ਕੀ ਚਾਹੁੰਦੇ ਨੇ ਹਨਾ। ਲੋਕਾਂ ਦੀ ਸੋਚ ਸੀਗੀ ਕਿ ਸਾਡੀਆਂ ਗਲੀਆਂ ਨਾਲੀਆਂ ਵਧੀਆ ਹੋ ਜਾਣ, ਚਲੋ ਜਿਹੜੀਆਂ ਵੀ ਬਣੀਆਂ ਗਲੀਆਂ ਨਾਲੀਆਂ ਉਹ ਵਧੀਆ। ਦੈਨ ਉਹ ਤੋਂ ਬਾਅਦ ਸਰ ਮੈਂ ਆਪਣੇ ਪਿੰਡ 'ਚ ਇੱਕ ਵਾਟਰ ਸਪਲਾਈ ਲੈ ਕੇ ਆਈ ਹਾਂ ਨਵੀਂ, ਉੱਥੇ ਮਤਲਬ ਇੱਕ ਫੈਮਿਲੀ ਤੋਂ ਲੈਂਡ ਡੋਨੇਟ ਕਰਵਾਈ ਹੈ। ਤਾਂ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਲੈਂਡ ਡੋਨੇਟ ਕਰਵਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਤਾਂ ਉਹ ਲੈਂਡ ਡੋਨੇਟ ਕਰਵਾ ਕੇ ਉੱਥੇ ਵਾਟਰ ਸਪਲਾਈ ਬਣੇਗੀ ਨਵੀਂ, ਤਾਂ ਜੋ ਮਤਲਬ ਪਾਣੀ ਦੀ ਮੁਸ਼ਕਿਲ ਤਾਂ ਅੱਜ ਕੱਲ੍ਹ ਹਰ ਕਿਤੇ ਹੀ ਹੈ ਹਨਾ। ਤਾਂ ਮਤਲਬ ਵਾਟਰ ਸਪਲਾਈ ਲਈ ਦੈਨ ਇੱਕ ਲਾਇਬ੍ਰੇਰੀ ਬਣਾਵਾਂਗੇ। ਉੱਥੇ ਸਾਡੇ ਇੱਕ ਸਕੂਲ ਹੈ, ਉਹ ਸਕੂਲ ਦੇ ਜਿਹੜੇ ਓਨਰ ਸੀਗੇ ਉਸ ਟਾਈਮ ਤੇ ਉਹਨਾਂ ਦੀ ਆਈ ਥਿੰਕ ਹੁਣ ਡੈਥ ਹੋ ਗਈ ਹੈ। ਤਾਂ ਮਤਲਬ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੀ ਫੈਮਿਲੀ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਕੂਲ 'ਚ ਉਹਨਾਂ ਦੀ ਯਾਦ 'ਚ ਇੱਕ ਲਾਇਬ੍ਰੇਰੀ ਬਣਵਾਵਾਂਗੇ। ਤਾਂ ਮਤਲਬ ਇਦਾਂ ਦੇ ਕੁਝ ਥਿੰਕਿੰਗ ਸੀਗੀ। ਮੇਰੇ ਝਾਕੜ ਸਾਹਿਬ ਜਦੋਂ MP ਸੀਗੇ ਉਹਨਾਂ ਨੇ ਮੇਰੇ ਸਟੇਡੀਅਮ ਲਈ ਫੰਡਸ ਦਿੱਤੇ ਸੀਗੇ, ਲੇਕਿਨ ਮੇਰੇ ਕੋਲ ਲੈਂਡ ਨਹੀਂ ਸੀਗੀ। ਦੈਨ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਫੈਮਿਲੀ ਹੁਣ ਜਿੱਦਾਂ ਮੈਡੀਕਲ ਫੈਸਿਲਿਟੀਜ਼ ਜਾਂ ਕੁਝ ਵੀ ਜਿਹੜੇ ਵੀ ਸੈਂਟਰ CHC ਸੈਂਟਰ ਹੁੰਦੇ ਨੇ, ਤਾਂ ਉੱਥੇ ਸਰ ਇੱਕ ਹੁਣ ਮੈਂ ਆਪਣੀ ਫੈਮਿਲੀ 'ਚ ਪਾਪਾ ਨੂੰ ਕਹਿ ਕੇ ਇੱਕ ਲੈਂਡ ਡੋਨੇਟ ਕਰਵਾਉਣ ਲੱਗੀ ਹਾਂ। ਉੱਥੇ ਉਹਨਾਂ ਨੇ ਮੈਡੀਕਲ ਵਾਲਿਆਂ ਦੀ ਉਹ ਹੈ ਕਿ ਹੈਲਥ ਵਾਲਿਆਂ ਦੀ, ਹੈਲਥ ਡਿਪਾਰਟਮੈਂਟ ਵਾਲਿਆਂ ਦੀ ਉਹਨਾਂ ਨੂੰ ਜਗ੍ਹਾ ਪਸੰਦ ਆਏਗੀ ਦੈਨ ਉਹ ਕਰਨਗੇ। ਤਾਂ ਉੱਥੇ ਮਤਲਬ ਇੱਕ ਛੋਟਾ ਜਿਹਾ ਹਸਪੀਟਲ ਜਿੱਥੇ 10 ਬੈੱਡਸ ਦਾ ਹਸਪੀਟਲ ਬਣੇਗਾ, ਤੇ ਹਜੇ ਬਣਿਆ ਨਹੀਂ ਹੈ, ਲੇਕਿਨ ਜੇਕਰ ਉਹਨਾਂ ਨੂੰ ਲੈਂਡ ਪਸੰਦ ਆ ਗਈ ਦੈਨ ਬਣੇਗਾ। ਤੇ ਉਸ ਤੋਂ ਬਾਅਦ ਸਰ ਬਹੁਤ ਇਦਾਂ ਦੇ ਕੰਮ ਨੇ, ਲਾਈਕ ਪੂਰੇ ਪਿੰਡ 'ਚ ਮੈਂ ਸਟਰੀਟ ਲਾਈਟਾਂ ਲਗਵਾਈਆਂ, ਜਿਹੜੀ ਕਿ ਜਦੋਂ ਮੇਰੇ ਤੋਂ ਪਹਿਲੇ ਜਿਹੜੀ ਸਰਪੰਚੀ ਸੀਗੀ ਉੱਥੇ 2016 ਚ ਇੱਕ ਸਰਕਾਰ ਦੀ ਸਕੀਮ ਆਈ ਸੀਗੀ ਕਿ 1500 ਰੁਪਏ ਪਰ ਕਨੈਕਸ਼ਨ। ਉਹਨਾਂ ਨੇ ਲੋਕਾਂ ਤੋਂ ਪੈਸੇ ਵੀ ਲਏ। ਲਾਈਟਾਂ ਕਿਹਨਾਂ ਦੇ ਘਰਾਂ 'ਚ ਲੱਗੀਆਂ? ਜਿਹੜੇ ਉਹਨਾਂ ਦੇ ਖਾਸ ਬੰਦੇ ਸੀਗੇ, ਜਸਟ ਉਹ ਖਾਸਾਂ ਦੇ ਘਰਾਂ 'ਚ ਲਾਈਟਾਂ ਲੱਗੀਆਂ, ਬਾਕੀ ਪਿੰਡ 'ਚ ਕੋਈ ਮਤਲਬ ਨਹੀਂ ਲਾਈਟਾਂ ਦਾ। ਸੋ ਮੈਂ ਸਰ ਪਿੰਡ ਦੇ, ਕਿਉਂਕਿ ਸੈਮੀ ਹਿਲ ਏਰੀਆ ਸਾਡਾ ਤੇ ਉੱਥੇ ਮੋੜ ਘੇੜ ਜ਼ਿਆਦਾ ਹੁੰਦੇ ਨੇ, ਤਾਂ ਮੈਂ ਉੱਥੇ ਉਹਨਾਂ ਪੁਆਇੰਟਸ ਤੇ ਲਾਈਟ ਲਗਵਾਈਆਂ ਕਿ ਜਿੱਥੇ ਰਾਤ ਨੂੰ ਵਾਕਿਆ ਜ਼ਰੂਰਤ ਹੁੰਦੀ ਹੈ ਲਾਈਟਾਂ ਦੀ। ਫਿਰ ਸਰ ਚੇਅਰਸ ਲਗਵਾਈਆਂ, ਸਿਟਿੰਗ ਚੇਅਰਸ, ਕਿ ਪੂਰੇ ਪੰਚਾਇਤ 'ਚ ਸਿਟਿੰਗ ਚੇਅਰਸ ਲਗਵਾਈਆਂ। ਸ਼ਾਮ ਨੂੰ ਬੰਦਾ ਸੈਰ ਕਰਨ ਨਿਕਲੇ, ਇੱਕ ਪਿੰਡ 'ਚ ਜਦੋਂ ਆਪਾਂ ਐਂਟਰ ਕਰਦੇ ਨਾ ਇੱਕ ਅਲੱਗ ਹੀ ਥੋੜਾ ਜਿਹਾ ਦਿਖਦਾ ਹੈ ਕਿ ਹਾਂ ਜੀ ਇੱਥੇ ਮਤਲਬ ਲਾਈਟਸ ਵੀ ਹੈਗੀਆਂ ਨੇ, ਚੇਅਰਸ ਵੀ ਲੱਗੀਆਂ ਹੋਈਆਂ ਨੇ, ਜਿਹੜਾ ਇੱਕ ਮਤਲਬ ਜਿਹੜਾ ਸਾਡੇ ਪਿੰਡ ਨੂੰ ਸੁੰਦਰ ਬਣਾਉਣ ਦਾ ਜਿਹੜਾ ਇੱਕ ਤਰੀਕਾ ਸੀਗਾ ਗਲੀਆਂ ਨਾਲੀਆਂ ਤੋਂ ਇਲਾਵਾ। ਦੈਨ ਸਰ ਹੁਣ ਸਭ ਤੋਂ ਵੱਡੀ ਪ੍ਰੋਬਲਮ ਮੇਰੇ ਲਈ ਇਹੀ ਸੀਗੀ ਕਿ ਜਗ੍ਹਾ ਦੀ ਪ੍ਰੋਬਲਮ ਆਉਂਦੀ, ਲੇਕਿਨ ਫਿਰ ਵੀ ਉਹਦੇ ਲਈ ਵੀ ਮੈਂ ਬਹੁਤ ਜ਼ਿਆਦਾ ਕੰਮ ਕਰ ਰਹੀ ਹਾਂ। ਅੱਛਾ, ਤੁਹਾਨੂੰ ਅਪਰੋਚ ਬਹੁਤ ਕੀਤੀ, ਈਵਨ ਪ੍ਰਧਾਨ ਮੰਤਰੀ ਮੋਦੀ ਨੇ ਤੁਹਾਡੇ ਨਾਲ ਗੱਲ ਕੀਤੀ, ਮੁੱਖ ਮੰਤਰੀ ਹੁੰਦੇ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ, ਉਹ ਵੀ ਤੁਹਾਡੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹੇ। ਮਤਲਬ ਪਾਰਟੀ ਕੋਈ ਵੀ ਹੋਵੇ, ਕਿਸੇ ਦੀ ਵੀ ਸਰਕਾਰ ਇੱਥੇ ਹੋਵੇ, ਪੰਜਾਬ ਦੇ ਵਿੱਚ ਹੋਵੇ, ਸੈਂਟਰ, ਤੁਹਾਨੂੰ ਸਾਰੇ ਐਨਕਰੇਜ ਕਰਦੇ ਰਹੇ? ਹਾਂਜੀ ਬਿਲਕੁਲ। ਦੇਖੋ ਅਗਰ ਮੈਂ PM ਸਾਹਿਬ ਦੀ ਗੱਲ ਕਰਾਂ ਤਾਂ ਕੋਵਿਡ ਦੇ ਟਾਈਮ ਤੇ ਉਹਨਾਂ ਨਾਲ ਕਾਨਫਰੰਸਿੰਗ ਹੋਈ ਸੀਗੀ, ਤਾਂ ਮਤਲਬ ਮੇਰੇ ਲਈ ਬਹੁਤ ਵੱਡਾ ਦਿਨ ਸੀਗਾ ਉਸ ਟਾਈਮ ਤੇ। ਇੱਕ ਸਰਪੰਚ ਦੇ ਲੈਵਲ ਤੇ ਰਹਿ ਕੇ ਜਦੋਂ ਕਦੇ ਸੋਚਿਆ ਨਹੀਂ ਸੀਗਾ ਕਿ ਆਪਾਂ ਵੀ PM ਲੈਵਲ ਤੱਕ ਗੱਲ ਕਰਾਂਗੇ। ਸੋ ਮੈਂ ਮੰਨਦੀ ਹਾਂ ਕਿ ਮੇਰੇ ਪਿੰਡ ਦੀ ਜਿਹੜੀ ਪਹਿਚਾਨ ਇੱਕ PM ਲੈਵਲ, ਉਦੋਂ ਕੁਝ ਟਾਈਮ ਐਸਾ ਸੀਗਾ ਜਿੱਥੇ ਮੇਰੇ ਪਿੰਡ ਦੇ ਲੋਕ, ਕਿ ਮਤਲਬ ਮੇਰੇ ਪਿੰਡ ਦੇ ਲੋਕਾਂ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਲੋਕ ਸੀਗੇ ਉਹ ਹਾੜੇ ਨੂੰ ਨਹੀਂ ਜਾਣਦੇ ਸੀਗੇ। ਅੱਜ ਪੂਰੇ ਭਾਰਤ ਜਾਂ ਪੰਜਾਬ ਦੇ ਲੋਕ ਜਾਣਦੇ ਆ ਕਿ ਹਾੜਾ ਵੀ ਕੋਈ ਪਿੰਡ ਹੈ ਜਾਂ ਮਤਲਬ। ਅੱਛਾ, ਜਦੋਂ ਤੁਹਾਨੂੰ
ਇਹ ਪਤਾ ਲੱਗਿਆ ਕਿ ਪੀਐਮ ਮੋਦੀ ਤੁਹਾਡੇ ਨਾਲ ਇਸ ਦਿਨ ਇੰਨੇ ਵਜੇ ਗੱਲ ਕਰਨਗੇ, ਉਹਨਾਂ ਨੇ ਇੱਛਾ ਜਤਾਈ ਆ, ਤਾਂ ਤੁਹਾਡੇ ਮਨ 'ਚ ਪਹਿਲਾ ਰਿਐਕਸ਼ਨ ਕੀ ਸੀਗਾ? ਪਹਿਲੇ ਤਾਂ ਮਤਲਬ ਮੈਂ ਸੋਚਿਆ ਕਿ ਐਵੇਂ ਮਜ਼ਾਕ ਹੋ ਰਿਹਾ ਮੇਰੇ ਨਾਲ। ਤੁਹਾਨੂੰ ਪਤਾ ਕਿੱਥੋਂ ਲੱਗਿਆ? ਐਕਚੁਅਲੀ ਉਹ ਪੀਐਮਓ ਤੋਂ ਕਾਲ ਆਇਆ ਸੀਗਾ, ਨਾਲੇ ਸਾਡਾ ਐਸਆਈਆਰਡੀ ਡਿਪਾਰਟਮੈਂਟ ਜਿਹੜਾ ਪੰਜਾਬ ਦਾ, ਤੇ ਐਸਆਈਆਰਡੀ ਤੋਂ ਵੀ ਕਾਲ ਆਇਆ ਮੈਮ ਦਾ, ਤੇ ਉੱਥੋਂ ਪਤਾ ਚੱਲਿਆ ਕਿ ਤੁਹਾਡੀ ਕਾਨਫਰੰਸਿੰਗ ਹੋਣੀ ਹੈ। ਦੈਨ ਪਹਿਲੇ ਮੈਂ ਇਹੀ ਸੋਚਿਆ ਕਿ ਯਾਰ ਇਹ ਮਜ਼ਾਕ ਹੋ ਰਿਹਾ ਹੈ, ਲੇਕਿਨ ਬਟ ਫਿਰ ਵੀ ਜਦੋਂ ਉਹਨਾਂ ਨਾਲ ਫਿਰ ਕੰਟੀਨਿਊਸਲੀ ਗੱਲਬਾਤ ਹੋਣ ਲੱਗੀ, ਫਿਰ ਪੀਐਮਓ ਤੋਂ ਕਾਲ ਆਇਆ, ਉਹ ਜਦੋਂ ਕਹਿ ਰਹੇ ਸੀਗੇ ਕਿ ਆਪਣਾ ਸੈਟਅਪ ਵਗੈਰਾ ਸਾਰਾ ਸੈਟਿੰਗ ਕਰੋ, ਤਾਂ ਮਤਲਬ ਫਿਰ ਮਤਲਬ ਥੋੜਾ ਜਿਹਾ ਨਾ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਜਿਹਾ ਸੀਗਾ, ਲੇਕਿਨ ਬਹੁਤ ਜ਼ਿਆਦਾ ਖੁਸ਼ੀ ਵੀ ਸੀਗੀ, ਐਕਸਾਈਟਮੈਂਟ ਵੀ ਸੀਗੀ ਕਿ ਪੀਐਮ ਨਾਲ ਗੱਲਬਾਤ ਹੋਣੀ ਹੈ। ਸੋ ਵਧੀਆ ਲੱਗਿਆ, ਬਹੁਤ ਵਧੀਆ। ਮੈਂ ਉਹ ਤੁਹਾਡੀ ਗੱਲਬਾਤ ਪੀਐਮ ਦੇ ਨਾਲ ਸੁਣੀ ਹੈ। ਪੀਐਮ ਨੇ ਤੁਹਾਨੂੰ ਕਿਹਾ ਸੀ ਪਲਵੀ ਬਹਿਨ, ਕਿਹਾ ਸੀ। ਜਦੋਂ ਪੀਐਮ ਨੇ ਤੁਹਾਨੂੰ ਪਲਵੀ ਬਹਿਨ ਕਿਹਾ, ਤੁਹਾਨੂੰ ਖੁਸ਼ੀ ਹੋਈ ਹੋਣੀ ਵੀ ਪ੍ਰਧਾਨ ਮੰਤਰੀ ਦੇ ਰੂਪ ਚ ਮੈਨੂੰ ਨਵਾਂ ਇੱਕ ਭਾਈ ਮਿਲ ਗਿਆ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਉਸ ਟਾਈਮ ਤੇ। ਤੁਸੀਂ ਦੇਖੋ ਕਿ ਮਤਲਬ ਇੱਕ ਅਲੱਗ ਹੀ ਖੁਸ਼ੀ ਸੀਗੀ ਉਹ ਮੇਰੇ ਲਈ, ਨਹੀਂ ਮੈਂ ਤਾਂ ਕਹਿੰਦੀ ਹਾਂ ਕਿ ਸਾਡੇ ਪੂਰੇ ਜ਼ਿਲ੍ਹੇ ਲਈ, ਇਵਨ ਦੋ ਕਿ ਪੰਜਾਬ ਲਈ, ਕਿਉਂਕਿ ਬਹੁਤ ਜ਼ਿਆਦਾ ਸਿਲੈਕਟਡ ਜੇ ਸਰਪੰਚ ਸੀਗੇ, ਆਈ ਥਿੰਕ 6 ਸਰਪੰਚਾਂ ਨਾਲ ਉਹਨਾਂ ਨੇ ਗੱਲ ਕੀਤੀ ਸੀ। ਨਹੀਂ ਤਾਂ ਸਾਡੀਆਂ ਸਟੇਟਾਂ ਚੋਂ ਮਤਲਬ ਸਿਰਫ 6 ਸਟੇਟਾਂ ਦੇ ਸਰਪੰਚਾਂ ਨੂੰ ਸਿਲੈਕਟ ਕਰਕੇ ਗੱਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਜਿੱਥੇ ਸਾਡੇ ਪੰਜਾਬ ਦਾ ਵੀ ਨਾਮ ਸੀਗਾ। ਸੋ ਬਹੁਤ ਖੁਸ਼ੀ ਦਾ ਮੌਕਾ ਸੀ ਉਹ ਮੇਰੇ ਲਈ, ਮੇਰੇ ਪਰਿਵਾਰ ਲਈ, ਈਵਨ ਸਾਡੇ ਪੂਰੇ ਜ਼ਿਲ੍ਹੇ ਦੇ ਲੋਕਾਂ ਲਈ, ਪਿੰਡ ਦੇ ਲੋਕਾਂ ਲਈ ਤਾਂ ਬਹੁਤ ਹੀ ਜ਼ਿਆਦਾ ਨਾ ਕਿ ਸਾਡੀ ਸਰਪੰਚ ਟੀਵੀ ਤੇ ਆ ਰਹੀ ਹੈ, ਤਾਂ ਮਤਲਬ ਬਹੁਤ ਖੁਸ਼ੀ ਦੀ ਗੱਲ ਸੀਗੀ ਉਹ। ਤੇ ਫਿਰ ਪਲਵੀ ਨੇ ਦੁਬਾਰਾ ਕਦੇ ਮੋਦੀ ਭਈਆ ਨਾਲ ਗੱਲਬਾਤ ਕੀਤੀ ਕਰਨੀ ਚ? ਨਹੀਂ ਦੇਖੋ ਇਦਾਂ ਤੇ ਗੱਲਬਾਤ ਨਹੀਂ ਕੀਤੀ, ਲੇਕਿਨ ਜਦੋਂ ਉਹਨਾਂ ਨੇ ਸਾਡੀ ਜਦੋਂ ਕਾਨਫਰੰਸਿੰਗ ਖਤਮ ਹੋ ਗਈ ਸੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਕੁਝ ਜਿਹੜੇ ਜਿਨ੍ਹਾਂ ਨਾਲ ਆਪਾਂ ਪ੍ਰੋਪਰ ਗੱਲਬਾਤ ਨਹੀਂ ਕਰ ਪਾਏ, ਅਗਰ ਉਹਨਾਂ ਦੇ ਕੁਝ ਸਵਾਲ ਜਵਾਬ ਜਾਂ ਕੁਝ ਵੀ ਹੈਗੇ ਨੇ, ਉਹ ਸਾਨੂੰ ਮੇਲ ਕਰ ਸਕਦੇ ਨੇ। ਸੋ ਮੇਲ ਵਗੈਰਾ ਕੀਤੀ ਸੀ। ਅੱਛਾ, ਤੁਹਾਡੇ ਪਿਛਲੇ ਜਨਮ ਦਿਨ ਤੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਤੁਹਾਨੂੰ ਇੱਕ ਤੋਹਫਾ ਦਿੱਤਾ ਸੀ, ਤੁਸੀਂ ਮੰਗ ਰੱਖੀ ਸੀ ਨਾ, ਕੈਪਟਨ ਨੇ ਤੁਹਾਨੂੰ ਇੱਕ ਤੋਹਫਾ ਦਿੱਤਾ ਸੀ। ਹਾਂਜੀ ਹਾਂਜੀ ਬਿਲਕੁਲ, ਉਦੋਂ ਮੇਰਾ ਬਰਥਡੇ ਸੀਗਾ, ਨਾਲੇ ਉਦੋਂ ਹਰ ਘਰ ਪਾਣੀ ਹਰ ਘਰ ਸਫਾਈ ਦਾ ਜਿਹੜਾ ਮਿਸ਼ਨ ਸੀਗਾ, ਉਹਨੂੰ ਮੈਂ ਆਪਣੇ ਏਰੀਆ ਤੋਂ ਉਸ ਚੀਜ਼ ਨੂੰ ਮੈਂ ਰਿਪਰੈਜ਼ੈਂਟ ਕਰਨ ਗਈ ਸੀ। ਤਾਂ ਮਤਲਬ ਇੱਕ ਜਿਹੜਾ ਸਾਡੇ ਪਿੰਡ 'ਚ ਸਕੂਲ ਹੈ ਹਾੜਾ 'ਚ, ਜਿਹੜਾ ਗਵਰਨਮੈਂਟ ਸਕੂਲ ਹੈ, ਉਹ ਸਾਰੀ ਲੈਂਡ ਮੇਰੇ ਦਾਦਾ ਜੀ ਨੇ ਡੋਨੇਟ ਕੀਤੀ ਹੈ। ਵੈਸੇ ਤਾਂ ਪੋਲੀਟੀਕਲੀ ਕੋਈ ਸੰਬੰਧ ਨਹੀਂ ਰੱਖਦਾ ਸੀ ਫੈਮਿਲੀ 'ਚੋਂ, ਲੇਕਿਨ ਫਿਰ ਵੀ ਫੈਮਿਲੀ ਜਿਹੜੇ ਸੋਸ਼ਲ ਵਰਕ ਹੈ ਉਹ ਸ਼ੁਰੂ ਤੋਂ ਕਰਦੀ ਆਈ ਹੈ। ਸੋ ਉਹ ਲੈਂਡ ਉਹਨਾਂ ਨੇ ਡੋਨੇਟ ਕੀਤੀ ਹੋਈ ਸੀ। ਤਾਂ ਉਸ ਟਾਈਮ ਦੇ ਮਤਲਬ ਜਦੋਂ ਉੱਥੇ ਗਏ, ਮੈਂ ਸਰ ਨੂੰ ਦੱਸਿਆ ਕਿ ਸਰ ਐਸੇ ਐਸੇ ਮੇਰੇ گاؤں में ਸਕੂਲ ਹੈ, ਤੇ ਸਰ ਨੇ ਕਿਹਾ ਕਿ ਚਲੋ ਬੇਟੀ ਨੂੰ ਬਰਥਡੇ ਗਿਫਟ ਦਿੱਤਾ ਜਾਏ। ਫਿਰ ਮੇਰੇ ਦਾਦਾ ਜੀ ਦੇ ਨਾਮ ਤੇ ਸਕੂਲ ਦਾ ਨਾਮ, ਤਾਂ ਮਤਲਬ ਇਹ ਵੀ ਇੱਕ ਬਹੁਤ ਜ਼ਿਆਦਾ ਲਾਈਕ ਕਿ ਅਮਰ ਹੀ ਹੋ ਗਿਆ ਨਾ ਉਹਨਾਂ ਦਾ ਨਾਮ, ਤੇ ਇਤਿਹਾਸਿਕ ਜਿਹਾ ਦਿਨ ਸੀਗਾ ਮੇਰੇ ਲਈ। ਬਹੁਤ ਖੁਸ਼ੀ ਦੀ ਗੱਲ ਸੀਗੀ ਕਿ ਕੈਪਟਨ ਸਾਹਿਬ ਦੇ ਵੱਲੋਂ ਮਤਲਬ ਉੱਥੇ ਸਕੂਲ ਦਾ ਨਾਮ ਚੇਂਜ ਕੀਤਾ ਗਿਆ, ਤਾਂ ਮਤਲਬ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਸੀਗੀ ਪੂਰੇ ਪਰਿਵਾਰ ਲਈ ਵੀ। ਸਾਰੇ ਬਹੁਤ ਖੁਸ਼ ਸੀਗੇ ਕਿ ਦਾਦਾ ਜੀ ਦਾ ਨਾਮ, ਕਿਉਂਕਿ ਪਹਿਲੇ ਪਾਪਾ ਨੇ ਬਹੁਤ ਐਫਰਟਸ ਕੀਤੇ, ਲੇਕਿਨ ਉਸ ਟਾਈਮ ਤੇ ਇੱਕ ਆਂਦਾ ਸੀਗਾ ਕਿ ਨਹੀਂ ਜੀ, ਸਕੂਲ ਦਾ ਨਾਮ ਜਿਹੜਾ ਚੇਂਜ ਹੁੰਦਾ ਉਹ ਕਿਸੇ ਸ਼ਹੀਦ ਫੈਮਿਲੀ ਦੇ ਨਾਮ ਤੇ ਜਾਂ ਮਤਲਬ ਕਿਸੇ ਵੀ ਸ਼ਹੀਦ ਦੇ ਨਾਮ ਤੇ ਚੇਂਜ ਕੀਤਾ ਜਾਂਦਾ, ਅਦਰਵਾਈਜ਼ ਨਹੀਂ। ਤਾਂ ਮਤਲਬ ਬਹੁਤ ਖੁਸ਼ੀ ਦੀ ਗੱਲ ਸੀ। ਸਿਆਸਤ 'ਚ ਰੋਲ ਮਾਡਲ ਕਿਹਨੂੰ ਮੰਨਦੇ ਹੋ? ਪੰਜਾਬ ਦੀ ਸਿਆਸਤ ਦੀ ਗੱਲ ਕਰਾਂ ਚਾਹੇ ਸੈਂਟਰ ਦੀ ਗੱਲ ਕਰਾਂ, ਪੂਰੀ ਸਿਆਸਤ 'ਚ ਤੁਹਾਡਾ ਰੋਲ ਮਾਡਲ ਕੌਣ ਆ? ਮੇਰੇ ਰੋਲ ਮਾਡਲ ਜੇਕਰ ਮੈਂ ਦੇਖਾਂ ਤਾਂ ਮੈਂ ਜ਼ਮੀਨੀ ਸਤਰ ਤੇ ਜਦੋਂ ਮੈਂ ਫਰਸਟ ਟਾਈਮ ਮੈਂ ਜਦੋਂ ਦੇਖਿਆ ਸੀ ਕਿ ਮੈਂ ਵੀ ਇਹਨਾਂ ਵਰਗੀ ਲੀਡਰ ਬਣਨਾ ਚਾਹੁੰਦੀ ਹਾਂ, ਤਾਂ ਜੈਨੂਅਲੀ ਤੁਹਾਨੂੰ ਦੱਸਾਂ, ਵੈਸੇ ਤਾਂ ਲੀਡਰ ਬਹੁਤ ਅੱਛੇ ਨੇ, ਸਾਰੇ ਬਹੁਤ ਵਧੀਆ ਨੇ, ਤਾਂ ਮੈਂ ਝਾਖੜ ਸਾਹਿਬ ਤੇ ਰੰਧਾਵਾ ਸਾਹਿਬ ਦੋਨਾਂ ਨੂੰ ਮਤਲਬ ਲਾਈਕ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਮਤਲਬ ਇੱਕ ਬੜਾ ਅਲੱਗ ਜਿਹਾ ਸਟਾਈਲ, ਮਤਲਬ ਲਾਈਕ ਝਾਖੜ ਸਾਹਿਬ ਦੀ ਅਗਰ ਆਪਾਂ ਗੱਲ ਕਰੀਏ, ਹੀ ਇਜ਼ ਵੈਰੀ ਜੈਂਟਲਮੈਨ, ਹੈ ਨਾ। ਮਤਲਬ ਇੱਕ ਜਿਹੜੀ ਲੀਡਰ 'ਚ ਕੁਆਲਿਟੀ ਹੋਣੀ ਚਾਹੀਦੀ ਆ, ਉਹਨਾਂ 'ਚ ਮਤਲਬ ਕੁਆਲਿਟੀਜ਼ ਮੈਂ ਤਾਂ ਗਿਣਵਾ ਨਹੀਂ ਸਕਦੀ, ਕਿਉਂਕਿ ਉਹਨਾਂ ਦਾ ਸਿਆਸੀ ਤਜਰਬਾ ਬਹੁਤ ਵੱਡਾ, ਤੇ ਮੈਂ ਤਾਂ ਹਜੇ ਸ਼ੁਰੂਆਤ ਕੀਤੀ ਹੈ। ਲੇਕਿਨ ਮੈਂ ਜਦੋਂ ਸ਼ੁਰੂਆਤ 'ਚ ਉਹਨਾਂ ਨੂੰ ਦੇਖਿਆ ਸੀ ਝਾਖੜ ਸਾਹਿਬ ਨੂੰ, ਤਾਂ ਮੈਂ ਮੰਨਦੀ ਹਾਂ ਕਿ ਬਹੁਤ ਹੀ ਵਧੀਆ ਲੀਡਰ ਨੇ ਉਹ। ਇੱਕ ਜਿਹੜੀ ਲੀਡਰ 'ਚ ਕੁਆਲਿਟੀ ਹੁੰਦੀ ਹੈ ਨਾ, ਇੱਕ ਆਪਣੇ ਵਰਕਰ ਦੀ ਪਹਿਚਾਨ ਕਰਨਾ, ਉਹ ਉਹਨਾਂ 'ਚ ਸਭ ਤੋਂ ਵੱਡੀ ਗੱਲ ਹੈ। ਤੇ ਮਤਲਬ ਮੈਂ ਮੰਨਦੀ ਹਾਂ ਕਿ ਇਹੀ ਮਤਲਬ ਉਹਨਾਂ ਦੀ ਇਹ ਸਭ ਚੀਜ਼ਾਂ ਜਿਹੜੀਆਂ ਇੱਕ ਵਰਕਰ ਦੀ ਪਹਿਚਾਨ, ਚਾਹੇ ਉਹ ਆਮ ਹੋਵੇ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ। ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹੀ ਜਾਂਦੀ ਹੈ, ਕਹਿੰਦੇ ਜਿਹਨੂੰ ਇੱਕ ਵਾਰੀ ਮਿਲ ਲੈਂਦੇ ਨੇ, ਚਾਹੇ ਉਹਨਾਂ ਦਾ ਵਰਕਰ ਹੀ ਕਿਉਂ ਨਾ ਹੋਵੇ, ਤੇ ਉਹਨੂੰ ਯਾਦ ਰੱਖਦੇ ਨੇ, ਨਾਂ ਲੈ ਕੇ ਬੁਲਾਉਂਦੇ ਨੇ। ਤੁਸੀਂ ਕਹਿੰਦੇ ਵੀ ਝਾਖੜ ਸਾਹਿਬ ਵੀ ਇਹੀ ਨੇ? ਜੀ ਬਿਲਕੁਲ ਬਿਲਕੁਲ, ਉਹਨਾਂ 'ਚ ਵੀ ਇਹ ਚੀਜ਼ ਬਹੁਤ ਵਧੀਆ, ਮਤਲਬ ਲਾਈਕ ਉਹਨਾਂ ਨੂੰ ਦੇਖ ਕੇ ਨਾ, ਐਕਚੁਅਲੀ ਜਦੋਂ ਮੇਰੀ ਕੈਪਟਨ ਸਾਹਿਬ ਨਾਲ ਜਦੋਂ ਪਿਛਲੀ ਮੀਟਿੰਗ ਸੀਗੀ, ਉਸ ਟਾਈਮ ਤੇ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਮਨ 'ਚ ਇੱਕ ਸੋਚ ਆਈ। ਮੈਂ ਜਦੋਂ ਆਪਾਂ ਉੱਥੇ ਬੈਠੇ ਹੋਏ ਸੀ, ਡਰ ਤਾਂ ਲੱਗਦਾ ਹੀ ਹੈ ਨਾ ਕਿ ਫਰਸਟ ਟਾਈਮ ਜਦੋਂ ਆਪਾਂ ਬੈਠੇ ਆ, ਮੀਟਿੰਗ ਹੋਣੀ ਹੈ, ਆਮਨੋ ਸਾਹਮਣੇ ਸੀਐਮ ਨਾਲ ਮੀਟਿੰਗ ਹੋਣੀ ਹੈ, ਤਾਂ ਮਤਲਬ ਉਸ ਟਾਈਮ ਤੇ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ। ਤਾਂ ਜਦੋਂ ਉੱਥੇ ਨਾ ਝਾਖੜ ਸਾਹਿਬ ਅੰਦਰ ਐਂਟਰ ਕੀਤੇ, ਝਾਖੜ ਸਾਹਿਬ ਨੂੰ ਦੇਖ ਕੇ ਨਾ ਮੇਰਾ ਆਪਣੇ ਆਪ ਹੀ ਸੈਲਫ ਕੌਨਫੀਡੈਂਸ ਜਿਹੜਾ ਬੂਸਟ ਹੋ ਗਿਆ ਕਿ ਲਾਈਕ ਝਾਖੜ ਸਾਹਿਬ ਆ ਗਏ, ਹੁਣ ਤਾਂ ਕੋਈ ਗੱਲ ਨਹੀਂ। ਤਾਂ ਪਲਵੀ, ਮੋਟੀਵੇਸ਼ਨ ਦਾ ਸੋਰਸ ਕੀ ਹੈ? ਇੰਨੀ ਮੋਟੀਵੇਸ਼ਨ ਆਉਂਦੀ ਕਿੱਥੋਂ?
ਦੇਖੋ ਮੋਟੀਵੇਸ਼ਨ ਸਰ ਲੋਕਾਂ ਦੇ ਪਿਆਰ ਨਾਲ। ਜੇ ਮੈਂ ਤੁਹਾਨੂੰ ਦੱਸਾਂ ਮੈਂ ਕੰਮ ਕਰ ਰਹੀ ਹਾਂ, ਫੀਲਡ 'ਚ ਕੰਮ ਕਰ ਰਹੀ ਹਾਂ, ਤਾਂ ਕਾਫੀ ਹੁਣ ਜਦੋਂ ਲੋਕਾਂ 'ਚ ਜਾਂਦੇ ਆ ਸਾਰੇ ਪੁੱਛਦੇ ਅੱਛਾ ਹਾੜੇ ਦੀ ਸਰਪੰਚ ਆ, ਪੱਲਵੀ ਹੈ, ਠੀਕ ਹੈ, ਸਾਰੇ ਮਤਲਬ ਮਿਲਣ ਨੂੰ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਕਿ ਅੱਛਾ ਆ ਬੇਟੀ ਸਾਡੇ ਉਧਰ ਦੀ ਹੈ, ਬੇਟੀ ਸਰਪੰਚ ਹੈ ਜਾਂ ਕੁਝ ਵੀ। ਤਾਂ ਸਰ ਮੋਟੀਵੇਸ਼ਨ ਲਾਈਕ ਇੱਕ ਪਾਪਾ ਵੀ ਸੋਰਸ ਨੇ ਮੋਟੀਵੇਸ਼ਨ ਦਾ ਸਭ ਤੋਂ ਵੱਡਾ, ਕਿਉਂਕਿ ਅੱਜ ਤੱਕ ਜਿੱਥੇ ਵੀ ਖੜਦੇ ਆ ਉਹਨਾਂ ਨੂੰ ਉਹ ਨਾਲ ਖੜਦੇ ਨੇ, ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਜਿੱਥੇ ਵੀ ਜ਼ਰੂਰਤ ਪੈਂਦੀ ਹੈ। ਕਿਉਂਕਿ ਮੋਸਟਲੀ ਮੈਂ ਦੇਖਿਆ ਸਰਕਾਰ ਦੀ ਇੱਕ ਪਾਲਿਸੀ ਕਿ ਹੁਣੇ ਬਣੀ ਆ ਉਹ ਪਾਲਿਸੀ ਤਾਂ ਕਿ 50% ਰਿਜ਼ਰਵੇਸ਼ਨ ਜਿਹੜੀ ਕੀਤੀ ਹੈ ਮਹਿਲਾਵਾਂ ਲਈ, ਤੇ ਮੈਨੂੰ ਲੱਗਦਾ ਹੈ ਕਿ 50% ਜਿਹੜੀ ਰਿਜ਼ਰਵੇਸ਼ਨ ਕੀਤੀ ਉਹਦੇ ਤੇ ਲੋਕ ਖਰੇ ਵੀ ਉਤਰੇ ਆ। ਲਾਗੂ ਨਹੀਂ ਹੋਈ ਪੰਜਾਬ 'ਚ? ਨਹੀਂ ਲਾਗੂ ਤਾਂ ਹੋਈ ਹੈ। ਦੇਖੋ 50% ਜਿਹੜਾ ਪਿੰਡਾਂ 'ਚ ਸਰਪੰਚੀ ਦੇ ਇਲੈਕਸ਼ਨ ਹੋ ਗਏ, ਐਮਸੀ ਇਲੈਕਸ਼ਨ ਹੋ ਗਏ ਸ਼ਹਿਰਾਂ 'ਚ, ਤੇ ਉਹਨਾਂ ਲਈ ਲਾਗੂ ਹੋਈ ਹੈ ਨਾ 50%। ਬਟ ਮੈਨੂੰ ਲੱਗਦਾ ਲੋਕਾਂ ਦੇ ਦਿਮਾਗਾਂ 'ਚ ਤੇ ਲੋਕਾਂ ਦੇ ਘਰਾਂ 'ਚ ਵੀ ਜਨਰਲੀ ਉਹ ਚੀਜ਼ ਹੋਣੀ ਚਾਹੀਦੀ ਹੈ ਜੋ ਚੀਜ਼ ਹਜੇ ਤੱਕ ਨਹੀਂ ਹੋ ਰਹੀ। ਹੁਣ ਦੇਖੋ ਸਾਡੇ ਧਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮਤਲਬ 80 ਸਰਪੰਚ ਨੇ। ਇੱਕ ਸਰਕਾਰ ਦੀ ਜਿਹੜੀ ਨੀਤੀ ਸੀਗੀ ਇਸ ਚੀਜ਼ ਨੂੰ ਅਪਲਾਈ ਕਰਨ ਦੀ 50% ਮਹਿਲਾਵਾਂ ਦਾ ਲਈ ਰਾਖਵਾਂ ਜਿਹੜਾ ਰੱਖਿਆ, ਉਸ ਚੀਜ਼ ਨੂੰ ਮਤਲਬ ਹਜੇ ਵੀ ਕੁਝ ਲੋਕ ਐਵੇਂ ਦੇ ਨੇ ਜਿਹੜੇ ਲੇਡੀ ਨੂੰ ਸਰਪੰਚੀ ਦਾ ਇਲੈਕਸ਼ਨ ਲੜਵਾ ਤਾਂ ਦਿੱਤਾ ਲੇਕਿਨ ਉਹ ਡੰਮੀ ਹੈ, ਸਿਰਫ ਉਹਨਾਂ ਨੂੰ ਸਾਈਨ ਤੱਕ ਰੱਖਿਆ ਹੋਇਆ, ਕੰਮ ਤਾਂ ਜੈਂਟਸ ਨੇ ਆਪ ਕਰਨੇ ਨੇ। ਤਾਂ ਮੈਂ ਇਸ ਚੀਜ਼ ਨੂੰ ਬਹੁਤ ਗਲਤ ਮੰਨਦੀ ਹਾਂ। ਮੈਂ ਕਹਿੰਨੀ ਆ ਕਿ ਲੇਡੀਜ਼ ਨੂੰ ਅੱਗੇ ਵਧਣ ਦਾ ਮੌਕਾ ਦਿਓ। ਮੈਂ ਇਹ ਹੋਰ ਮਤਲਬ ਸੋਚ ਬਣ ਜਾਂਦੀ ਹੈ ਨਾ ਕਿ ਜੇਕਰ ਮੈਂ ਆਪ ਫੀਲਡ 'ਚ ਕੰਮ ਕਰਦੀ, ਜਦੋਂ ਸਾਰੀ ਪਬਲਿਕ ਦਾ ਪਿਆਰ ਮਿਲਦਾ ਹੈ, ਸਾਰੀ ਐਡਮਿਨਿਸਟ੍ਰੇਸ਼ਨ, ਜਦੋਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉੱਥੇ ਵੀ ਜਾਈਏ ਤਾਂ ਮਤਲਬ ਛੋਟੀ ਸਮਝ ਕੇ ਸਾਰੇ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਨੇ ਤੇ ਕੰਮ ਤਾਂ ਵੈਸੇ ਹੀ ਹੋ ਜਾਂਦੇ ਨੇ, ਹੈਨਾ। ਤਾਂ ਮਤਲਬ ਬਹੁਤ ਖੁਸ਼ੀ ਹੁੰਦੀ ਹੈ ਲੋਕਾਂ ਤੋਂ, ਮਤਲਬ ਲੋਕਾਂ ਦੇ ਜ਼ਰੀਏ ਮੈਂ ਇੱਥੇ ਤੱਕ ਪਹੁੰਚੀ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਲੋਕਾਂ ਕਰਕੇ ਮੈਂ ਅੱਜ ਇੱਥੇ ਖੜੀ ਹਾਂ ਤਾਂ ਮੈਂ ਉਹਨਾਂ ਲਈ ਕਿਉਂ ਨਾ ਕੁਝ ਕਰਾਂ, ਹੈਨਾ। ਤਾਂ ਮਤਲਬ ਜਿਹੜੀ ਸੋਚ ਹੈ ਲੇਡੀਜ਼ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਏ। ਮੈਂ ਤਾਂ ਹਜੇ ਵੀ ਕਹਿੰਨੀ ਆ ਕਿ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਬਈ, ਕਿ ਪ੍ਰੂਵ ਕਰ ਸਕਣ ਬੱਚੀਆਂ ਆਪਣੇ ਆਪ ਨੂੰ ਕਿ ਆਪਾਂ ਵੀ ਕੁਝ ਕਰ ਸਕਦੇ ਹਾਂ। ਮੈਂ ਵੀ ਤਾਂ ਕਿਸੇ ਦੀ ਧੀ ਅੱਜ ਤੁਹਾਡੇ ਸਾਹਮਣੇ ਖੜੀ ਹਾਂ, ਮੈਂ ਵੀ ਤਾਂ ਹੈ। ਤਾਂ ਮਤਲਬ ਬਹੁਤ ਸਾਰੀ ਇਦਾਂ ਦੀਆਂ ਬੱਚੀਆਂ ਸੀਗੀਆਂ ਕਿ ਜਿਹੜੇ ਦੇਖ ਕੇ ਖੁਸ਼ ਹੁੰਦੇ ਆ ਕਿ ਦੀਦੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਆਪਾਂ ਵੀ ਤੁਹਾਡੇ ਵਰਗੇ ਬਣਨਾ ਹੈ। ਤਾਂ ਮਤਲਬ ਖੁਸ਼ੀ ਹੁੰਦੀ ਆ ਉਸ ਟਾਈਮ। ਆਪਣੇ ਹਲਕੇ 'ਚ, ਪਿੰਡ 'ਚ, ਹਲਕੇ 'ਚ ਮੋਟੀਵੇਟ ਕਰਦੇ ਹੋ ਕਿ ਹੋਰ ਵੀ ਕੁੜੀਆਂ ਤੁਹਾਡੇ ਅੱਗੇ ਆਉਣ? ਕੁਝ ਸਪੈਸ਼ਲ ਐਫਰਟ ਕੋਈ ਕਰ ਰਹੇ ਹੋ? ਹਾਂਜੀ ਬਿਲਕੁਲ। ਐਕਚੁਅਲੀ ਸਰ ਕੀ ਹੈ ਕਿ ਮੈਂ 3-4 ਐਵੇਂ ਦੇ NGOs ਨੇ ਜਿਨ੍ਹਾਂ ਨਾਲ ਜੁੜੀ ਹੈ। ਇੱਕ ਸਾਡਾ ਜਾਗ੍ਰਿਤੀ ਫਾਊਂਡੇਸ਼ਨ ਹੈ, ਉਹਦੀ ਮੈਂ ਬ੍ਰਾਂਡ ਅੰਬੈਸਡਰ ਹਾਂ। ਤਾਂ ਉਹ ਸਪੈਸ਼ਲੀ ਸਾਡੇ ਧਾਰ ਲਈ ਕੰਮ ਕਰ ਰਹੇ ਨੇ। ਧਾਰ 'ਚ ਮਤਲਬ ਕਿਉਂਕਿ ਜਿਹੜਾ ਸਾਡਾ ਧਾਰ ਏਰੀਆ ਹੈ ਉਹ ਬੜਾ ਗਰੀਬ ਜਿਹਾ ਏਰੀਆ, ਲਾਈਕ ਉਹ ਸੈਮੀ ਹਿੱਲ ਹੈ, ਨਾਲੇ ਉੱਥੋਂ ਦੇ ਜਿੰਨੇ ਵੀ ਲੋਕ ਨੇ ਸਾਰੇ ਡੇਲੀ ਵੇਜਸ ਵਾਲੇ ਨੇ, ਕੋਈ ਕੁਛ ਅੱਧੇ ਹੋਣਗੇ ਕੋਈ ਸਰਕਾਰੀ ਨੌਕਰੀਆਂ ਜਾਂ ਕੁਝ ਵੀ ਕਰਦੇ ਨੇ। ਤਾਂ ਉਹ ਜਿਹੜੀ ਫਾਊਂਡੇਸ਼ਨ ਹੈ ਉੱਥੇ ਸਪੈਸ਼ਲੀ ਕੁੜੀਆਂ ਲਈ ਤੇ ਗਰੀਬ ਲੋਕਾਂ ਲਈ ਕੰਮ ਕਰਦੀ ਹੈ। ਤਾਂ ਮਤਲਬ ਇਦਾਂ ਦੀ ਕਾਫੀ ਸਾਰੀ NGOs ਨੇ ਜਿਨ੍ਹਾਂ ਨਾਲ ਜੁੜ ਕੇ ਸਰ ਸਪੈਸ਼ਲੀ ਕੁੜੀਆਂ ਲਈ ਕੀ ਕੰਮ ਕਰ ਰਹੇ ਆਪਾਂ ਕਿ ਜਿਹੜੀਆਂ ਕੁੜੀਆਂ ਪੜ੍ਹਨਾ ਚਾਹੁੰਦੀਆਂ ਨੇ ਲੇਕਿਨ ਕੀ ਹੈ ਨਾ ਕਿ ਫੈਮਿਲੀ ਸਪੋਰਟ ਨਹੀਂ ਕਰਦੀ ਫਾਈਨੈਂਸ਼ੀਅਲ ਵਜ੍ਹਾ ਨਾਲ, ਹੈ ਨਾ। ਮਾਪਿਓ ਵੀ ਹੁੰਦਾ ਹੈ ਕਿ ਚਲੋ ਵਿਆਹ ਦਾ ਭਾਰ ਹੁੰਦਾ ਹੈ ਮਾਪਿਓ ਦੇ ਸਿਰਾਂ ਤੇ ਕੁੜੀ ਨੂੰ ਪੜ੍ਹਾਉਣ ਦੀ ਬਜਾਏ ਦਾ ਵਿਆਹ ਕਰਦੀ ਹੈ ਨਾ। ਤਾਂ ਮਤਲਬ ਉਦਾਂ ਦੀਆਂ ਕੁੜੀਆਂ ਜਿਹੜੀਆਂ ਇੰਟਰਸਟਡ ਨੇ ਪੜ੍ਹਨ ਨੂੰ, ਆਪਾਂ ਪੂਰੀ ਸਾਰਿਆਂ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਲੱਭਦੇ ਆ। ਪਹਿਲੇ ਤਾਂ ਜਿਹੜੀਆਂ ਇੰਟਰਸਟਡ ਨੇ ਪੜ੍ਹਾਈ ਕਰਨ 'ਚ ਉਹਨਾਂ ਨਾਲ ਗੱਲਬਾਤ ਕਰਕੇ ਦੈਨ ਉਹਨਾਂ ਨੂੰ ਅਡਾਪਟ ਕਰ ਲੈਂਦੇ ਉਹਨਾਂ ਦੀ ਫਰਦਰ ਸਟੱਡੀਜ਼ ਲਈ ਕਿ ਅੱਗੇ ਬੱਚੀਆਂ ਜੋ ਵੀ ਸਟੱਡੀਜ਼ ਕਰਨਗੇ ਉਹ ਸਾਡੀ NGOs ਜਾਂ ਜੋ ਵੀ ਜਿਹੜੇ ਵੀ ਹੈਲਪ ਕਰੂਗੇ ਜਾਂ ਤਾਂ ਪਰਮਾਨੈਂਟ ਇੱਕ ਬੰਦਾ ਵੀ ਅਡਾਪਟ ਕਰ ਲੈਂਦੇ ਆ ਕਿ ਇਹ ਬੱਚੀ ਜੀ ਮੇਰੇ ਅੱਗੇ ਜਿਹੜੀ ਵੀ ਫਰਦਰ ਸਟੱਡੀ ਹੋਏਗੀ ਮੈਂ ਕਰਾਵਾਂਗਾ। ਸਰ ਕੁੜੀਆਂ ਲਈ ਇਹੀ ਐਫਰਟਸ ਕਿ ਬੱਚੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਵੀ ਮੇਰਾ ਤਾਂ ਸਾਰਿਆਂ ਨੂੰ ਵੈਸੇ। ਪਲਵੀ ਤੁਸੀਂ ਸਿਆਸਤ ਦੇ ਨਾਲ ਪੜ੍ਹਾਈ ਵੀ ਆਪਣੀ ਜਾਰੀ ਰੱਖੀ ਹੋਈ ਹੈ? ਸਰ ਹਾਂਜੀ ਮੇਰੀ ਗ੍ਰੈਜੂਏਸ਼ਨ ਹੋ ਗਈ ਹੋਈ ਹੈ ਲੇਕਿਨ ਹੁਣ ਮੈਂ ਅੱਗੇ ਲਾਅ ਕਰਨੀ ਹੈ, ਐਡਮਿਸ਼ਨ ਲੈਣੀ ਹੈ ਹੁਣ। ਹਾਂਜੀ ਜਿਵੇਂ ਪਲਵੀ ਦੇ ਸੁਪਨੇ ਆਪਣੇ ਲਈ ਕੀ ਨੇ ਤੇ ਸਮਾਜ ਦੇ ਲਈ ਪਲਵੀ ਕੀ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ? ਸਰ ਆਪਣੇ ਲਈ ਹੁਣ ਤਾਂ ਮਤਲਬ ਮੈਨੂੰ ਲੱਗਦਾ ਪਹਿਲੇ ਤਾਂ ਬਹੁਤ ਕੁਝ ਸੀਗਾ। ਪਹਿਲੇ ਮੇਰਾ ਵੀ ਸ਼ੌਂਕ ਸੀਗਾ ਮੈਂ ਬਾਹਰ ਜਾਣਾ ਹੈ, ਮੇਰੀ ਬੜੀ ਥਿੰਕਿੰਗ ਸੀਗੀ। ਮੈਂ ਜਦੋਂ ਇੱਥੇ ਚੰਡੀਗੜ੍ਹ ਪੜ੍ਹਦੀ ਹੁੰਦੀ ਸੀ ਤਾਂ ਮੈਂ ਨਾਲ ਆਇਲਸ ਵੀ ਕੀਤੀ ਸੀ। ਪਾਪਾ ਦੇ ਪਿੱਛੇ ਪੈ ਗਈ ਕਿ ਮੈਂ ਆਇਲਸ ਕਰ ਰਹੀ ਹਾਂ, ਮੈਂ ਬਾਹਰ ਜਾਣਾ ਹੈ, ਤੇ ਮੈਂ ਵੀ ਕੈਨੇਡਾ ਜਾਣ ਦੀ ਚਾਹਵਾਨ ਸੀਗੀ ਉਸ ਟਾਈਮ ਤੇ। ਲੇਕਿਨ ਅਗਰ ਮੈਂ ਹੁਣ ਗੱਲ ਕਰਾਂ ਤਾਂ ਹੁਣ ਜਦੋਂ ਮੈਂ ਰਾਜਨੀਤੀ 'ਚ ਪੈਰ ਰੱਖਿਆ ਇੱਥੋਂ ਪਤਾ ਚੱਲਿਆ ਕਿ ਅੱਜ ਵੀ, ਕਿਉਂਕਿ ਜਦੋਂ ਆਪਾਂ ਸਿਰਫ ਆਪਣੇ ਤੱਕ ਸੀਮਿਤ ਹੁੰਦੇ ਹਾਂ ਤਾਂ ਸਾਨੂੰ ਆਪਣੇ ਆਲੇ ਦੁਆਲੇ ਦਾ ਜਾਂ ਆਪਣੇ ਪਰਿਵਾਰ ਦਾ ਪਤਾ ਹੁੰਦਾ ਹੈ। ਜਦੋਂ ਆਪਾਂ ਸਮਾਜ 'ਚ ਜਾਈਏ, ਪਬਲਿਕ 'ਚ ਵਿਚਰੀਏ ਨਾ, ਉੱਥੇ ਪਤਾ ਚੱਲਦਾ ਕਿ ਪਬਲਿਕ ਕੀ ਫੇਸ ਕਰ ਰਹੀ ਹੈ। ਸੋ ਹੁਣ ਮੇਰੇ ਲਈ ਆਪਣੇ ਸੁਪਨੇ ਮੇਰੀ ਪਬਲਿਕ ਹੀ ਬਣ ਗਈ ਹੈ ਆਈ ਥਿੰਕ, ਹੈ ਨਾ। ਮੇਰੇ ਲਈ ਮੇਰਾ ਡ੍ਰੀਮ ਹੀ ਹੁਣ ਇਹ ਹੈ ਕਿ ਮੈਂ ਤਾਂ ਪੋਲਿਟਿਕਸ 'ਚ ਬਹੁਤ ਅੱਗੇ ਤੱਕ ਜਾਣਾ ਚਾਹੁੰਦੀ ਹਾਂ। ਉਹ ਚਾਹੇ ਮੈਂ ਮਤਲਬ ਮਿਹਨਤ ਕਰਕੇ ਹੀ ਜਾਵਾਂਗੀ ਕਿਉਂਕਿ ਮਿਹਨਤ ਹੀ ਅੱਗੇ ਬੋਲਦੀ ਹੈ। ਤਾਂ ਮੈਨੂੰ ਲੱਗਦਾ ਮੇਰੇ ਲਈ ਮੇਰੇ ਸੁਪਨਿਆਂ ਤੋਂ ਵੱਧ ਮੇਰੀ ਜਨਤਾ, ਮਤਲਬ ਮੇਰੇ ਪਿੰਡ ਦੇ ਲੋਕ, ਮੇਰੇ ਏਰੀਆ ਦੇ ਲੋਕ ਬਣ ਗਏ ਨੇ।
ਜੀ ਬੈਸਟ ਵਿਸ਼ੇਸ ਪਲਵੀ। ਅਸੀਂ ਚਾਹੁੰਦੇ ਹਾਂ ਜੋ ਤੁਸੀਂ ਸੁਪਨੇ ਸੱਚੇ ਦਿਲੋਂ ਲੈ ਕੇ ਆਏ ਹੋ ਇਹ ਸੁਪਨੇ ਤੁਹਾਡੇ ਸਾਕਾਰ ਹੋਣ ਤੇ ਤੁਸੀਂ ਸਮਾਜ ਦੀ ਬਿਹਤਰੀ ਦੇ ਲਈ ਬਹੁਤ ਚੰਗਾ ਕੰਮ ਕਰ ਸਕੋ। ਹਾਲਾਂਕਿ ਬਹੁਤ ਸਾਰੇ ਇੱਥੇ ਸਿਆਸਤਦਾਨ ਆਏ ਜਿਹੜੇ ਸੇਵਾ ਦੇ ਨਾਮ ਤੇ ਆਏ ਸੀ ਪਰ ਉਹਨਾਂ ਨੇ ਪੰਜਾਬ ਦਾ ਹਾਲ ਕੀ ਕੀਤਾ ਉਹ ਆਪਣੇ ਸਭ ਦੇ ਸਾਹਮਣੇ ਆ। ਸੋ ਗੁੱਡ ਲੱਕ, ਤੁਸੀਂ ਆਪਣੇ ਸੁਪਨੇ ਜਿਹੜੇ ਤੁਹਾਡੇ ਸਮਾਜ ਪ੍ਰਤੀ ਨੇ ਉਹਨਾਂ ਨੂੰ ਲੈ ਕੇ ਅੱਗੇ ਵਧੋ, ਤੁਹਾਡੇ ਸੁਪਨੇ ਸਾਕਾਰ ਹੋਣ। ਸੋ ਇਹ ਸਨ ਪਲਵੀ ਠਾਕੁਰ, ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਨੇ। ਇਸ ਵਾਰ ਕਹਿੰਦੇ ਐਮਐਲਏ ਵੀ ਬਣ ਜਾਣਾ ਸੀ, ਬਸ ਉਮਰ 15-16 ਦਿਨ ਘਟ ਗਈ। ਤੇ ਨਾਲ ਹੀ ਉਹਨਾਂ ਨੇ ਇੱਕ ਸਵਾਲ ਵੀ ਵੱਡਾ ਚੁੱਕਿਆ ਕਿ ਜੇਕਰ 18 ਸਾਲ 19 ਸਾਲ ਦੇ ਜੱਜ ਬਣ ਸਕਦੇ ਨੇ, ਆਈਏਐਸ ਬਣ ਸਕਦੇ ਨੇ, ਆਈਪੀਐਸ ਬਣ ਸਕਦੇ ਨੇ ਤਾਂ ਐਮਐਲਏ ਕਿਉਂ ਨਹੀਂ ਬਣ ਸਕਦੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।